ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਰਜੀਵ ਭਾਸਕਰ, ਸੀਨੀਅਰ ਜਰਨਲਿਸਟ। ਭਾਸਕਰ ਸਾਹਿਬ ਜੀ ਆਇਆਂ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਭਾਸਕਰ ਸਾਹਿਬ, ਜੇ ਯੂਪੀ ਦੇ ਵਿੱਚ 40% ਮਹਿਲਾਵਾਂ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਕਾਂਗਰਸ ਵੱਲੋਂ, ਤੇ ਪੰਜਾਬ ਨਾਲ ਇਹ ਵਿਤਕਰਾ ਕਿਉਂ? ਇੱਥੇ ਵੀ ਕੁਝ ਰਾਜਨੀਤੀ ਵਿੱਚ ਵੱਖਰੇ ਤਰ੍ਹਾਂ ਦਾ ਕੋਈ ਵਰਤਾਰਾ ਵੇਖਣ ਨੂੰ ਮਿਲੇ ਚੰਗਾ ਲੱਗੂਗਾ। ਅਮੂਮਨ ਔਰਤਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਮਰਦਾਂ ਨਾਲੋਂ ਘੱਟ ਕਰਪਟ ਤੇ ਅਮੂਮਨ ਕਮਿਟਡ ਹੁੰਦੀਆਂ ਨੇ ਆਪਣੇ ਕੰਮ ਪ੍ਰਤੀ। ਜੇ ਯੂਪੀ ਦੇ ਵਿੱਚ ਤਾਂ ਪੰਜਾਬ ਨਾਲ ਫਿਰ ਵਖਰੇਵਾਂ ਕਿਉਂ? ਦੂਜੇ ਬੰਨੇ ਨਵਜੋਤ ਸਿੰਘ ਸਿੱਧੂ ਵਾਲਾ ਮਾਮਲਾ ਤਾਂ ਜੇ ਹਾਈ ਕਮਾਂਡ ਤੋਂ ਸੱਜਿਆ ਨਹੀਂ ਗਿਆ, ਤੇ ਜੇਕਰ ਇਸ ਰਾਖਵੇਂ ਕਰਨ ਦੀ ਗੱਲ ਪੰਜਾਬ 'ਚ ਚੱਲੀ, ਕਿਹਦੀ ਟਿਕਟ ਕੱਟੋਗੇ? ਤੇ ਅਗਲੀ ਗੱਲ, ਸਿੰਘੂ ਬਾਰਡਰ ਤੇ ਹੋਇਆ ਕਤਲ ਕਈ ਪਾਸੇ ਨੂੰ ਤੁਰਿਆ ਫਿਰਦਾ ਹੈ। ਅਸੀਂ ਫੋਟੋਆਂ ਤੇ ਹੋਰ ਵਰਤਾਰਿਆਂ 'ਚ ਉਲਝ ਕੇ ਰਹਿ ਗਏ। ਸਾਜ਼ਿਸ਼ ਤੇ ਪਿਛਲੀ ਸਾਜ਼ਿਸ਼ ਤੇ ਉਹ ਤੋਂ ਅੱਗੇ ਦੇ ਵਰਤਾਰੇ ਉੱਥੇ ਕੋਈ ਨਹੀਂ ਜਾਂਦਾ। ਆਹ ਫੋਟੋਆਂ ਤਾਂ ਮੈਨੂੰ ਲੱਗਦਾ ਹੈ ਕਿ ਜਦੋਂ ਦਾ ਅੰਦੋਲਨ ਚੱਲਿਆ ਕਈ ਤਰ੍ਹਾਂ ਦੀਆਂ ਕਈਆਂ ਕੋ ਪਈਆਂ ਹੋਣਗੀਆਂ। ਅਸੀਂ ਕਿਸੇ ਨੂੰ ਜਸਟੀਫਾਈ ਨਹੀਂ ਕਰਦੇ ਕਿ ਉਹ ਠੀਕ ਹੈ ਕਿ ਗਲਤ ਹੈ, ਪਰ ਪੰਜਾਬੀ ਸਤਹੀ ਲੈਵਲ ਤੇ ਵਿਚਰ ਕੇ ਹੀ ਆਪਣਾ ਮਗਜ ਕਬਾਈ ਕਰਕੇ ਬਹਿ ਜਾਂਦੇ। ਉਹਨੇ ਚਿਰ ਨੂੰ ਕੋਈ ਨਵੀਂ ਖਬਰ ਉੱਪਰ ਆਉਂਦੀ ਆ, ਪੁਰਾਣੀ ਦੱਬ ਜਾਂਦੀ ਆ। ਮੈਨੂੰ ਇੰਝ ਲੱਗਦਾ ਕਿ ਬਹੁਤ ਡੂੰਘੇ ਅਰਥ ਨੇ ਇਹਨਾਂ ਚੀਜ਼ਾਂ ਦੇ, ਤੇ ਇਹਨਾਂ ਨੂੰ ਸਮਝਣ ਲਈ ਵੀ ਇਨਵੈਸਟੀਗੇਸ਼ਨ ਪ੍ਰੋਪਰ ਚਾਹੀਦੀ ਹੈ। ਪੰਜਾਬ ਸਰਕਾਰ ਵੱਲੋਂ ਹਾਲੇ ਤੱਕ ਇਹਦਾ ਕੋਈ ਐਲਾਨ ਨਹੀਂ ਹੋਇਆ, ਕਿਉਂਕਿ ਮਰਨ ਵਾਲਾ ਤੇ ਮਾਰਨ ਵਾਲੇ ਦੋਨੇ ਹੀ ਇਸ ਧਰਤੀ ਦੇ ਨੇ। ਇਨਵੈਸਟੀਗੇਸ਼ਨ ਬਣਦੀ ਸੀਗੀ ਔਰ ਸਾਰਿਆਂ ਦੇ ਕਿਰਦਾਰ ਸਾਹਮਣੇ ਆਉਣੇ ਚਾਹੀਦੇ ਕਿ ਕੌਣ ਕਿਵੇਂ ਤੇ ਕਿਸ ਤਰ੍ਹਾਂ। ਕਿਸੇ ਦਾ ਸਰੂਪ ਜਾਂ ਕਿਸੇ ਦੀ ਮਾਨਸਿਕਤਾ, ਜਿਹੜਾ ਬੇਅਦਬੀ ਕਰਨ ਵਾਲਾ ਹੈ, ਭਾਵੇਂ ਉਹ ਕਿਸੇ ਵੀ ਪੱਧਰ ਤੇ ਹੋਈ ਆ, ਉਹਦੀ ਮਾਨਸਿਕਤਾ ਤੇ ਦੂਜੇ ਇਹ ਸਰੂਪ ਜਿਹੜੇ ਆ ਤੁਹਾਨੂੰ ਕਈ ਪੱਧਰਾਂ ਦੇ ਉੱਤੇ ਭੁਲੇਖਿਆਂ ਦਾ ਸ਼ਿਕਾਰ ਵੀ ਕਰਦੇ ਆ। ਸੋ ਨਿਹੰਗ ਸਿੰਘਾਂ ਦੀ ਵੀ ਸਕਰੀਨਿੰਗ ਬੜੀ ਜ਼ਰੂਰੀ ਆ। ਅਸੀਂ ਉਹਨਾਂ ਦਾ ਸਨਮਾਨ ਕਰਦੇ ਹਾਂ ਕਿਉਂਕਿ ਉਹ ਵਿਰਾਸਤੀ ਫੌਜਾਂ ਨੇ ਗੁਰੂ ਦੀਆਂ, ਲੇਕਿਨ ਇਹਦੇ ਵਿੱਚ ਕਿੰਨੇ ਲੋਕ ਸੁਹਿਰਦ ਨੇ, ਕਿੰਨੇ ਉਹਨਾਂ ਪੁਰਾਣੀਆਂ ਪਰੰਪਰਾਵਾਂ ਨਾਲ ਬੱਝੇ ਨੇ, ਇਹਦਾ ਅਜੇ ਨਖੇੜਾ ਕਰਨਾ ਬਾਕੀ ਆ। ਸੋ ਮੈਂ ਜ਼ਿਆਦਾ ਡਿਟੇਲ 'ਚ ਨਾ ਜਾਵਾਂ ਕਿਉਂਕਿ ਸਾਡੇ ਨਾਲੋਂ ਬਹੁਤ ਸਿਆਣੇ ਲੋਕ ਬੈਠੇ ਆ। ਤਹਿਕੀਕਾਤ ਹੋਣੀ ਚਾਹੀਦੀ ਆ, ਔਰ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਤਾਂ ਸੰਭਵ ਹੀ ਨਹੀਂ ਹੁੰਦਾ। ਇਹ ਤਾਂ ਅਸੀਂ ਕਈ ਸਾਲਾਂ ਤੋਂ ਵੇਖਦੇ ਹੁੰਦੇ ਹਾਂ, ਇਨਸਾਫ ਕਿੱਥੇ ਹੁੰਦਾ। ਪਰ ਭਾਸਕਰ ਸਾਹਿਬ, ਮੈਨੂੰ ਆ ਕਾਂਗਰਸ ਦੀ ਮੂਵ ਬਾਰੇ ਗੱਲ ਸ਼ੁਰੂ ਕਰਨ ਤੋਂ ਚੰਗਾ ਲੱਗੂਗਾ ਜੇ ਔਰਤਾਂ ਨੂੰ 40% ਪੰਜਾਬ 'ਚ ਮਿਲ ਜੇ, ਸਿਆਸਤ ਦਾ ਮਹਾਂਦਰਾ ਬਦਲ ਜੂ। ਕੀ ਕਹਿੰਦੇ ਹੋ? ਦੇਖੋ, 40% ਵਾਲੀ ਜਿਹੜੀ ਯੂਪੀ ਦੇ ਵਿੱਚ ਕਵਾਇਦ ਅੱਜ ਪ੍ਰਿਯੰਕਾ ਗਾਂਧੀ ਨੇ ਅਨਾਉਂਸ ਕੀਤੀ ਹੈ, ਯੂਪੀ ਦੀ ਸਿਚੁਏਸ਼ਨ ਤੇ ਪੰਜਾਬ ਦੀ ਸਿਚੁਏਸ਼ਨ ਬਹੁਤ ਅਲੱਗ ਹੈ। ਇੱਥੇ ਤੇ ਟਿਕਟ ਇੱਕ ਹੈਗੀ ਹੈ ਤੇ ਲੈਣ ਵਾਲੇ 10-15 ਹੈਗੇ ਹੈ। ਔਰ ਯੂਪੀ ਦੇ ਵਿੱਚ ਕਾਂਗਰਸ ਦਾ ਜੋ ਹਾਲ ਪਿਛਲੇ ਅਸੈਂਬਲੀ ਇਲੈਕਸ਼ਨਸ ਦੇ ਵਿੱਚ ਹੋਇਆ, ਉਹਦੇ ਵਿੱਚ ਉਹਨਾਂ ਨੂੰ ਆਪਣੀ ਹੋਂਦ ਖੜੀ ਕਰਨੀ ਹੈ। ਉਸ ਹੋਂਦ ਨੂੰ ਖੜੀ ਕਰਨ ਵਾਸਤੇ ਆ ਜਿਹੜਾ ਮਹਿਲਾਵਾਂ ਵਾਲਾ ਪੈਤਰਾ ਪ੍ਰਿਯੰਕਾ ਗਾਂਧੀ ਨੇ ਚਲਾਇਆ ਹੈ, ਉਹ ਉੱਥੇ ਯੂਪੀ ਦੇ ਵਿੱਚ ਤੇ ਫਿੱਟ ਬੈਠ ਸਕਦਾ, ਪਰ ਪੰਜਾਬ ਦੇ ਵਿੱਚ ਅਗਰ ਤੁਸੀਂ ਕਹੋ ਕਿ ਕੁਝ ਪੰਜਾਬ ਦੀ ਲੀਡਰਾਂ ਨੇ ਵੀ ਇਹ ਗੱਲ ਚੱਕੀ ਹੈਗੀ ਹੈ, ਜਿਹਦੇ ਵਿੱਚ ਪਟੇਲ ਮੈਡਮ ਵੀ ਹੈਗੀ ਹੈ, ਜਿਨ੍ਹਾਂ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਵੀ ਇੱਦਾਂ ਹੀ ਹੋਊਗਾ। ਪਰ ਮੈਨੂੰ ਲੱਗਦਾ ਨਹੀਂ ਕਿ ਪੰਜਾਬ ਦੇ ਵਿੱਚ 40-50% ਜਿਹੜੀ ਟਿਕਟਾਂ ਹੈਗੀਆਂ ਉਹ ਅਗਰ ਕਾਂਗਰਸ ਮਹਿਲਾਵਾਂ ਨੂੰ ਦੇਣੀਆਂ ਸ਼ੁਰੂ ਕਰਤੇ ਤੇ ਇੱਥੇ ਤਾਂ ਰਫੜ ਪੈ ਜਾਏਗਾ। ਜਿਹੜੇ ਬੰਦੇ ਹੈਗੇ ਆ ਉਹ ਤੇ ਵਿਹਲੇ ਹੀ ਤੁਰੇ ਫਿਰਨਗੇ। ਮੈਨੂੰ ਇਸ ਗੱਲ ਦਾ ਯੂਪੀ ਦੇ ਵਿੱਚ ਤੇ ਮਤਲਬ ਲੱਗਦਾ ਹੈ, ਪਰ ਪੰਜਾਬ ਨਹੀਂ। ਔਰ ਯੂਪੀ ਦੇ ਵਿੱਚ ਜੇ ਮਹਿਲਾਵਾਂ ਦੀ ਇੱਕ ਫੌਜ ਪ੍ਰਿਯੰਕਾ ਗਾਂਧੀ ਤਿਆਰ ਕਰਦੀ ਹੈ, ਕਿਉਂਕਿ ਜਦ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਪ੍ਰਿਯੰਕਾ ਗਾਂਧੀ ਨੂੰ ਇਹ ਗੱਲ ਪੁੱਛੀ ਗਈ ਕਿ ਤੁਸੀਂ ਆਪ ਮੁੱਖ ਮੰਤਰੀ ਬਣੋਗੇ ਜੇ ਇਲੈਕਸ਼ਨ ਯੂਪੀ ਦੇ ਵਿੱਚ ਜਿੱਤ ਜਾਂਦੇ ਨੇ, ਉਹਨਾਂ ਨੇ ਸਾਫ਼ ਮਨਾ ਕੀਤਾ ਕਿ ਮੈਂ ਆਪ ਦੇ ਇਲੈਕਸ਼ਨ ਲੜਨ ਵਾਸਤੇ ਤੇ ਹਜੇ ਤੱਕ ਕੋਈ ਫੈਸਲਾ ਨਹੀਂ ਲਿੱਤਾ। ਪਰ ਹਾਂ, ਪਲਾਨੀ ਡਿਸਟ੍ਰਿਕਟ ਦੇ ਵਿੱਚ ਮੈਨੂੰ ਕਿਸੇ ਨੇ ਪੁੱਛਿਆ ਸੀਗਾ ਕਿ ਮੈਂ ਇਲੈਕਸ਼ਨ ਲੜਨਾ ਚਾਹੁੰਦੀ ਹਾਂ, ਤੇ ਇੱਕ ਪਾਰੋ ਨਾਂ ਦੀ ਕੁੜੀ ਦਾ ਉਹਨਾਂ ਨੇ ਜ਼ਿਕਰ ਵੀ ਕੀਤਾ, ਜਿਹਨੇ ਉਹਨਾਂ ਦਾ ਹੱਥ ਫੜ ਕੇ ਪੁੱਛਿਆ ਸੀਗਾ ਕਿ ਮੈਂ ਲੀਡਰ ਬਣਨਾ ਚਾਹੁੰਦੀ ਹਾਂ, ਕਿ ਮੈਂ ਪੋਲੀਟੀਸ਼ੀਅਨ ਬਣ ਸਕਦੀ ਹੈ। ਤੇ ਉਸ ਗੱਲ ਦਾ ਜਵਾਬ ਦਿੰਦੇ ਹੋਏ ਪ੍ਰਿਯੰਕਾ ਗਾਂਧੀ ਇਸ ਗੱਲ ਦਾ ਜ਼ਿਕਰ ਕਰਦੀ ਹੈ ਕਿ ਅਸੀਂ ਇਹ ਫੈਸਲਾ ਕੀਤਾ ਹੈ ਕਿ ਯੂਪੀ ਦੇ ਵਿੱਚ ਪਹਿਲੀ ਵਾਰ ਮਹਿਲਾਵਾਂ ਨੂੰ ਇੰਨੀ ਤਵੱਜੋ ਦੇ ਕੇ 40% ਟਿਕਟਾਂ ਉਹ ਮਹਿਲਾਵਾਂ ਨੂੰ ਦਿੱਤੀ ਜਾਣਗੀਆਂ, ਔਰ ਉਸ ਤੋਂ ਬਾਅਦ ਇਲੈਕਸ਼ਨ ਦੇ ਵਿੱਚ ਇੱਕ ਨਵੀਂ ਨੁਹਾਰ, ਨਵੀਂ ਇੱਕ ਰੀਤ ਪਾਈ ਜਾਏਗੀ, ਜਿਹਦੇ ਵਿੱਚ ਯੂਪੀ ਜੋ ਇਸ ਤਰ੍ਹਾਂ ਦਾ ਸੂਬਾ ਹੈ ਜਿਹਦੇ ਵਿੱਚੋਂ ਪ੍ਰਧਾਨ ਮੰਤਰੀ, ਮੇਰੇ ਖਿਆਲ ਨਾਲ ਦੇਸ਼ ਦੇ ਜਿੰਨੇ ਵੀ ਪ੍ਰਧਾਨ ਮੰਤਰੀ ਹੋਏ ਨੇ ਉਹਨਾਂ ਵਿੱਚੋਂ ਮੈਕਸੀਮਮ ਯੂਪੀ ਤੋਂ ਆਏ ਨੇ, ਤੇ ਉਹ ਪ੍ਰਿਯੰਕਾ ਗਾਂਧੀ ਉਹਨਾਂ ਨੂੰ ਵੀ ਪ੍ਰਧਾਨ ਮੰਤਰੀ ਦੇ ਪੱਧਰ ਤੇ ਦੇਖਿਆ ਜਾ ਰਿਹਾ ਹੈ ਕਿ ਉਹ ਵੀ ਯੂਪੀ ਤੋਂ ਇਲੈਕਸ਼ਨ ਲੜ ਕੇ ਜੇ ਵਿਮਨ ਕੋਟੇ ਤੋਂ ਯਾਨੀ ਮਹਿਲਾ ਹੋ ਕੇ
ਉਹ ਅਗਰ ਆਪਣੀ ਦਾਦੀ ਦੀ ਤਰ੍ਹਾਂ ਅਗਰ ਜੀ ਉਹ ਇੱਥੇ ਆਉਂਦੀ ਹੈ ਤੇ ਮੈਨੂੰ ਇਹ ਕਵਾਇਦ ਠੀਕ ਤੇ ਲੱਗਦੀ ਹੈ, ਕਿਉਂਕਿ ਯੂਪੀ ਦੇ ਵਿੱਚ ਕਾਂਗਰਸ ਦਾ ਬਹੁਤਾ ਕੋਈ ਆਧਾਰ ਰਿਹਾ ਨਹੀਂ। ਜੇ ਉਸ ਆਧਾਰ ਨੂੰ ਖੜਾ ਕਰਨਾ ਹੈ ਤੇ ਕੋਈ ਨਾ ਕੋਈ ਪੈਂਤਰੇ ਤੇ ਚੱਲਣੇ ਪੈਣੇ ਨੇ। ਉਹ ਇਹ ਵੀ ਇੱਕ ਪੈਂਤਰਾ ਚੋਣਾਂ ਲੜਨ ਦਾ, ਚੋਣਾਂ ਜਿੱਤਣ ਦਾ ਹੋ ਸਕਦਾ। ਭਾਸਕਰ ਸਾਹਿਬ, ਯੂਪੀ ਦੇ ਵਿੱਚ ਕਾਂਗਰਸ ਦਾ ਉਹੀ ਹਾਲ ਆ ਜਿਹੜਾ ਪੰਜਾਬ ਦੇ ਵਿੱਚ ਬੀਜੇਪੀ ਦਾ ਹੈ। ਇੱਥੇ ਕੈਂਡੀਡੇਟ ਵੀ ਲੱਭਣੇ ਪੈਣੇ, ਮੁੱਦੇ ਵੀ ਲੱਭਣੇ ਪੈਣੇ। ਸੋ ਉਹਨਾਂ ਲਈ, ਕਾਂਗਰਸ ਲਈ ਯੂਪੀ ਦੇ ਵਿੱਚ ਕੋਈ ਵੀ ਪੈਂਤੜਾ ਅਖਤਿਆਰ ਕਰ ਲੈਣਾ ਜਾਂ ਕਿਸੇ ਵੀ ਤਰ੍ਹਾਂ ਦੀ ਰਾਜਨੀਤੀ ਨੂੰ ਅੱਗੇ ਵਧਾ ਦੇਣਾ ਕੋਈ ਬਹੁਤੀ ਵੱਡੀ ਗੱਲ ਨਹੀਂ, ਕਿਉਂਕਿ ਬੰਦਾ ਕਹਿੰਦਾ ਫੇਲ ਤਾਂ ਹੋਏ ਹੀ ਆ ਵੀ ਤੀਰ ਤੁੱਕਾ ਲਾ ਕੇ ਦੇਖ ਲਓ। ਪਰ ਜੇਕਰ ਪੰਜਾਬ 'ਚ ਵਾਪਰ ਜਾਂਦਾ ਤੇ ਸੋਚੋ ਦ੍ਰਿਸ਼ ਕਿਹੋ ਜਿਹਾ ਹੋਊਗਾ। ਬੜਾ ਦਿਲਚਸਪ ਦ੍ਰਿਸ਼ ਹੋਊਗਾ। ਸਭ ਤੋਂ ਪਹਿਲਾਂ ਤਾਂ ਜਿਹੜੇ ਮੌਜੂਦਾ ਕੈਂਡੀਡੇਟ ਆ ਉਹਨਾਂ ਦੇ ਵਿੱਚੋਂ ਉਹ ਆਪਣੀ ਕੋਈ ਘਰ ਵਾਲੀ ਨੂੰ ਅੱਗੇ ਡਾਊਗਾ, ਜੇ ਘਰ ਵਾਲੀ ਦੀ ਗੱਲ ਨਾ ਹੋਵੇ ਕੋਈ ਮਾਂ ਨੂੰ ਕਰੂਗਾ, ਤੇ ਕੋਈ ਫਿਰ ਆਪਣੀ ਧੀ ਨੂੰ ਅੱਗੇ ਲਿਆਊਗਾ। ਸਾਡੇ ਇੱਥੇ ਪ੍ਰਵਿਰਤੀਆਂ ਇਸ ਤਰ੍ਹਾਂ ਦੀਆਂ ਨੇ ਕਿ ਖਾਨਦਾਨਾਂ ਚੋਂ ਸਿਆਸਤ ਬਾਹਰ ਨਿਕਲਦੀ ਨਹੀਂ, ਜਾਂ ਡਾਢੇ ਨਿਕਲਣੀ ਨਹੀਂ ਦਿੰਦੇ, ਜਾਂ ਸਰੋਤ ਹੀ ਇੰਨੇ ਹੁਣ ਚਾਹੀਦੇ ਆ ਕਿ ਇੱਥੇ ਚੰਗਾ ਤਗੜਾ ਸਰਮਾਏਦਾਰ ਬੰਦਾ ਹੀ ਇਲੈਕਸ਼ਨ ਲੜ ਸਕਦਾ। ਹਾਲਾਂਕਿ ਤਬਦੀਲੀਆਂ ਤਾਂ ਓਵਰਨਾਈਟ ਵੀ ਵਾਪਰ ਜਾਂਦੀਆਂ ਨੇ। ਆਮ ਆਦਮੀ ਪਾਰਟੀ ਨੇ 2014 ਦੇ ਵਿੱਚ ਕਿੰਨੇ ਹੀ ਸਾਰੇ ਆਪਣੇ ਲੋਕ ਅੱਗੇ ਖੜੇ ਕਰਤੇ ਸੀ, ਔਰ ਇਹ ਵਰਤਾਰੇ ਤਾਂ ਕਿਸੇ ਵੇਲੇ ਵੀ ਵਾਪਰ ਸਕਦੇ ਆ। ਪਰ ਹੋਊਗਾ ਦਿਲਚਸਪ, ਕਿਉਂਕਿ ਜਿਹੜੇ ਕਾਬਜ ਨੇ ਨਾ, ਹਲਕੇ ਇੰਚਾਰਜ ਨੇ, ਜਾਂ ਜਿਹੜੇ ਐਮਐਲਏ ਨੇ, ਜਾਂ ਜਿਹੜੇ ਮੰਤਰੀ ਆ, ਘਰੋਂ ਬਾਹਰ ਨਹੀਂ ਜਾਣ ਦਿੰਦੇ, ਜੋ ਮਰਜ਼ੀ ਹੋ ਜੇ। ਖੈਰ, ਇਹ ਵੈਸੇ ਪੰਜਾਬ ਦੇ ਵਿੱਚ ਇੱਥੇ ਰੰਧਾਵਾ ਜੀ ਮੈਂ ਇੱਕ ਗੱਲ ਕਹਾਂ, ਜਿਹੜਾ 50% ਟਿਕਟ ਨਾ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਕਾਂਗਰਸ ਨੇ ਪਹਿਲੇ ਦਿੱਤੀ ਸੀਗੀ, ਔਰ ਅੱਧੇ ਤੋਂ ਜ਼ਿਆਦਾ ਵਿਧਾਇਕ ਅੱਜ ਵਿਧਾਇਕ ਕੀ ਕਾਉਂਸਲਰ ਕਹੀਏ, ਕਾਉਂਸਲਰ ਤੋਂ ਜ਼ਿਆਦਾ ਪਾਰਸ਼ਦ ਪਤੀ ਦੇ ਨਾਂ ਤੇ ਮਸ਼ਹੂਰ ਨੇ। ਗੱਡੀਆਂ ਦੇ ਉੱਤੇ ਵੀ ਅੱਜ ਕੱਲ੍ਹ ਪਾਰਸ਼ਦ ਪਤੀ ਲਿਖਿਆ ਹੁੰਦਾ ਹੈ, ਔਰ ਭਾਵੇਂ ਉਹਨਾਂ ਦੀ ਵੋਟੀ ਪਾਰਸ਼ਦ ਹੈਗੀ ਹੈ, ਪਰ ਉਹ ਕਈ ਵਾਰ ਤੇ ਜਿਹੜੀ ਹੈ ਪਾਰਸ਼ਦਾਂ ਦੀ ਮੀਟਿੰਗ ਹੁੰਦੀ ਹੈ ਨਾ, ਉਹ ਵੀ ਪਾਰਸ਼ਦ ਪਤੀ ਦੇ ਤੌਰ ਤੇ ਅਟੈਂਡ ਕਰਦੇ ਹੋਏ ਦੇਖੇ ਜਾਂਦੇ ਨੇ, ਔਰ ਕੰਮ ਉਹੀ ਕਰਦੇ ਨੇ। ਚਲੋ ਯੂਪੀ ਦੇ ਵਿੱਚ ਜਿੱਦਾਂ ਅਸੀਂ ਪਹਿਲੇ ਵੀ ਕਹਿ ਚੁੱਕੇ ਹਾਂ ਕਿ ਇਹ ਪੈਤਰਾ ਹੋ ਸਕਦਾ ਹੈ ਕਿ ਕੋਈ ਉਹਨਾਂ ਨੂੰ ਵੱਡਾ ਹੁੰਗਾਰਾ ਇਸ ਗੱਲ ਦੇ ਉੱਤੇ ਮਿਲ ਜਾਏ, ਪਰ ਪੰਜਾਬ ਦੇ ਵਿੱਚ ਭਾਵੇਂ ਕਾਰਪੋਰੇਸ਼ਨ ਦੇ ਵਿੱਚ ਇਹ ਫਾਰਮੂਲਾ ਇੰਪਲੀਮੈਂਟ ਤੇ ਕੀਤਾ ਗਿਆ, ਪਰ ਜਿਸ ਤਰ੍ਹਾਂ ਮੈਂ ਕਿਹਾ ਕਿ ਪਾਰਸ਼ਦ ਪਤੀ ਗੱਡੀਆਂ ਦੇ ਉੱਤੇ ਵੀ ਲੋਕੀ ਲਿਖ ਕੇ ਫਿਰਦੇ ਨੇ। ਰਾਸ਼ਟਰਪਤੀ ਤੇ ਸੁਣਿਆ ਸੀਗਾ, ਪਾਰਸ਼ਦ ਪਤੀ ਸ਼ਬਦ ਉਹ ਸਾਡੇ ਸ਼ਹਿਰਾਂ ਦੇ ਵਿੱਚ ਬੜਾ ਮਸ਼ਹੂਰ ਹੋਇਆ ਕਿ ਵੀ ਕੋਈ ਕੰਮ ਕਰਾਣਾ ਤੇ ਕਿਹਦੇ ਕੋਲ ਕਰਾਣਾ, ਫਲਾਣਾ ਉਹ ਪਾਰਸ਼ਦ ਪਤੀ ਹੈਗਾ ਜੀ, ਉਹਦੇ ਕੋਲ ਕਰਾਓ। ਤੇ ਇਹ ਐਮਐਲਏ ਪਤੀ ਜਾਂ ਇਦਾਂ ਦੀ ਗੱਲਾਂ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਨਹੀਂ ਕਿ ਛੇਤੀ ਕਿਤੇ ਸ਼ੁਰੂ ਹੋਣੀ। ਨਹੀਂ, ਇਹਨਾਂ ਪਹਿਲੀ ਗੱਲ ਤਾਂ ਦੇਖੋ ਇੰਨੇ ਪਾਵਰਫੁਲ ਨੇ ਉਹ, ਇਹੋ ਜਿਹੇ ਜਿਹੜੀ ਪਾਰਟੀ ਇਦਾਂ ਦਾ ਕੋਈ ਫੈਸਲਾ ਲਊਗਾ, ਪਹਿਲੀ ਗੱਲ ਤੇ ਉਹਨੂੰ ਜਿੱਤਣ ਹੀ ਨਹੀਂ ਦਿੰਦੇ। ਆਪ ਹੀ ਕਹਿਣਗੇ ਚਲੋ ਇੱਕ ਵਾਰੀ ਇਹਨਾਂ ਨੂੰ ਝਟਕਾ ਦਿਓ। ਦੂਜੇ ਬੰਨੇ ਜੇਕਰ ਕੋਈ ਹੋ ਵੀ ਜਾਂਦਾ ਹੈ ਤਾਂ ਤੁਹਾਡੀ ਗੱਲ ਠੀਕ ਹੈ ਵੀ ਉਹ ਤਾਂ ਸਿਰਫ ਤੇ ਸਿਰਫ ਰਸਮ ਹੋਊਗੀ ਕਿ ਘਰ ਦੀਆਂ ਔਰਤਾਂ ਚੋਂ ਕਿਸੇ ਨੂੰ ਲੜਾ ਲਓ, ਕੰਮ ਤਾਂ ਬਈ ਆਪਾਂ ਹੀ ਕਰਨੇ ਆ, ਸਰਕਾਰੀ ਦਰਬਾਰੇ ਵੀ ਆਪਾਂ ਹੀ ਚੱਲਣਾ। ਖੈਰ, ਇਹ ਸਾਡੇ ਇੱਥੇ ਅਜੇ ਵੀ ਇਹ ਟ੍ਰੈਂਡ ਹੈਗਾ, ਮੰਤਰੀ ਪੱਧਰ ਤੇ ਵੀ ਕਿਤੇ ਕਿਤੇ ਦੇਖਿਆ ਜਾਂਦਾ। ਖੈਰ ਛੱਡ ਦਿੰਨੇ ਆਪਾਂ ਗੱਲ, ਮੈਂ ਮੁੜ ਕੇ ਆਵਾਂ। ਭਾਸਕਰ ਸਾਹਿਬ, ਇੱਕ ਨਵਜੋਤ ਸਿੰਘ ਸਿੱਧੂ ਵਾਲਾ 2 ਦਿਨ ਤੋਂ ਪੰਜਾਬ ਭਵਨ ਦੇ ਵਿੱਚ ਉਹ ਜਿਹੜਾ ਚੱਲਦਾ ਪਿਆ, ਉਹ ਰਾਤ 5 ਘੰਟੇ ਪਰਸੋਂ ਬਿਤਾਈ ਮੁੱਖ ਮੰਤਰੀ ਨਾਲ ਸਿੱਧੂ ਨੇ, ਕੱਲ ਦਿਨੇ ਫੇਰ ਕਹਿੰਦੇ ਕਾਫੀ ਲੰਬੀ ਕਵਾਇਦ ਚੱਲੀ। ਅੱਜ ਦਾ ਦੱਸਿਓ ਕੀ ਹੋ ਰਿਹਾ? ਅੱਜ ਵੀ ਨਵਜੋਤ ਸਿੰਘ ਸਿੱਧੂ ਤੇ ਚਾਰੋਂ ਐਕਟਿੰਗ ਪ੍ਰਧਾਨ, ਨਾਲੇ ਜਿਹੜੇ ਦਿੱਲੀ ਤੋਂ ਆਏ ਹੋਏ ਆਬਜ਼ਰਵਰ ਹਰੀਸ਼ ਚੌਧਰੀ ਪੰਜਾਬ ਭਵਨ ਦੇ ਵਿੱਚ ਕਮਰੇ 'ਚ ਬੰਦ ਹੈਗੇ ਨੇ। ਮੀਟਿੰਗਾਂ ਜਦੋਂ ਚੱਲਦਾ ਪਿਆ, ਮੀਟਿੰਗ ਦਾ ਮੁੱਦਾ ਕੀ ਹੈ ਉਹ ਤੇ ਹਜੇ ਤੱਕ ਨਹੀਂ ਸਮਝ ਆਇਆ। ਕੀ ਹੈ ਆਰਗੇਨਾਈਜੇਸ਼ਨ ਦੇ ਸੈਟਅਪ ਨੂੰ ਤਿਆਰ ਕਰਨ ਦੀ ਕਵਾਇਦ ਹੈ, ਉਹਦੇ ਵਿੱਚ ਹਰੀਸ਼ ਰਾਵਤ ਦਾ ਹੋਣਾ, ਉਹ ਹਰੀਸ਼ ਚੌਧਰੀ ਉਹਨਾਂ ਦਾ ਹੋਣਾ, ਇਹ ਵੀ ਗੱਲ ਸਮਝ ਨਹੀਂ ਆਉਂਦੀ। ਪਰ ਜੋ ਕੱਲ ਪਰਸੋਂ ਮੀਟਿੰਗ ਹੋਈ ਸੀਗੀ, ਜਿਹਦੇ ਵਿੱਚ ਕਹਿੰਦੇ ਆ ਕਿ ਰਾਤੀ 1:30 ਵਜੇ ਤੱਕ ਚੰਨੀ ਹੋਣਾ, ਸਿੱਧੂ ਹੋਣਾ, ਪ੍ਰਗਟ ਸਿੰਘ ਹੋਣਾ ਇਹ ਮੀਟਿੰਗ ਕਰਦੇ ਰਹੇ। ਉਹਦੇ ਵਿੱਚ 13 ਮੁੱਦਿਆਂ ਦਾ ਜਿਹੜਾ ਇੱਕ ਚਿੱਠੀ ਸੋਨੀਆ ਗਾਂਧੀ ਨੂੰ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਲਿਖੀ ਸੀ, ਉਸ ਚਿੱਠੀ ਦੇ ਉੱਤੇ ਜ਼ਿਕਰ ਹੋਇਆ, ਉਸ ਪੁਆਇੰਟਸ ਦੇ ਉੱਤੇ ਜ਼ਿਕਰ ਹੋਇਆ। ਔਰ ਚੰਨੀ ਉਹਨਾਂ ਨੇ ਅਗਲੇ ਦਿਨ ਜਦ ਕੈਬਨਿਟ ਦੀ ਮੀਟਿੰਗ ਹੋਈ ਸੀ, ਅਸੀਂ ਆਪਣੇ ਇਸ ਪ੍ਰੋਗਰਾਮ ਦੇ ਰਾਹੀਂ ਇਹ ਗੱਲ ਕਹੀ ਸੀ ਕਿ ਅੱਜ ਦੀ ਕੈਬਨਿਟ ਦੇ ਮੀਟਿੰਗ ਵਿੱਚ ਇਹ ਗੱਲ ਸਾਬਿਤ ਹੋ ਜਾਏਗੀ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਉਠਾਇਆ ਹੋਇਆ ਏਜੰਡਾ ਚੰਨੀ ਸਰਕਾਰ ਇੰਪਲੀਮੈਂਟ ਕਰਨਾ ਚਾਹੁੰਦੀ ਹੈ ਜਾਂ ਨਹੀਂ। ਪਰ ਉਸ ਮੀਟਿੰਗ ਦੇ ਵਿੱਚ ਏਦਾਂ ਦਾ ਕੁਝ ਵੀ ਨਹੀਂ ਹੋਇਆ। ਇੱਕ ਵੀ ਪੁਆਇੰਟ ਦਾ ਜ਼ਿਕਰ ਉਹਨਾਂ 13 ਪੁਆਇੰਟਾਂ ਵਿੱਚੋਂ ਨਹੀਂ ਹੋਇਆ। ਇਹ ਗੱਲ ਇਸ ਗੱਲ ਨੂੰ ਦਰਸਾਉਂਦੀ ਹੈ ਕਿ ਹਜੇ ਵੀ ਰੇੜਕਾ ਪਿਆ ਹੋਇਆ ਹੈ, ਔਰ ਆਉਣ ਵਾਲੇ ਟਾਈਮ ਵਿੱਚ ਇਸ ਮੁੱਦੇ ਤੇ ਚੰਨੀ ਸਰਕਾਰ ਤੇ ਪੀਪੀਸੀਸੀ ਪ੍ਰਧਾਨ ਫਿਰ ਆਮਨੇ ਸਾਹਮਣੇ ਖੜੇ ਹੁੰਦੇ ਨੇ, ਜਾਂ ਕੋਈ ਮੁੱਦਿਆਂ ਦਾ ਹੱਲ ਕੱਢਣ ਦੀ ਕੋਸ਼ਿਸ਼ ਜਿਹੜੇ ਹਰੀਸ਼ ਚੌਧਰੀ ਹੋਣਾ ਤਕਰੀਬਨ 15 ਕੁ ਦਿਨਾਂ ਤੋਂ ਚੰਡੀਗੜ੍ਹ ਵਿੱਚ ਰਹਿ ਰਹੇ ਨੇ, ਕੀ ਇਸ ਮੁੱਦੇ ਦਾ ਹੱਲ ਕੱਢ ਸਕਦੇ ਨੇ?
ਇਹ ਤੇ ਆਉਣ ਵਾਲੇ ਟਾਈਮ ਵਿੱਚ ਹੀ ਪਤਾ ਲੱਗੇਗਾ। ਪਰ ਫਿਲਹਾਲ ਮੀਟਿੰਗਾਂ ਦਾ ਦੌਰ, ਮੀਟਿੰਗਾਂ ਦੇ ਵਿੱਚ ਡਿਸਕਸ਼ਨ, ਉਸ ਡਿਸਕਸ਼ਨ ਨੂੰ ਲੈ ਕੇ ਚੰਨੀ ਉਹਨਾਂ ਦੇ ਨਾਲ ਮੀਟਿੰਗ, ਇਹ ਆਪਣੇ ਆਪ ਵਿੱਚ ਉਹ ਕਵਾਇਦ ਹੈ ਜਿਸ ਕਵਾਇਦ ਦਾ ਇੰਤਜ਼ਾਰ ਪੰਜਾਬ ਦੇ ਲੋਕ ਕਰ ਰਹੇ ਨੇ। ਔਰ ਉਸ ਤੋਂ ਇਲਾਵਾ ਜਿਹੜਾ ਚੰਨੀ ਉਹਨਾਂ ਦਾ ਅਖਬਾਰਾਂ ਦੇ ਵਿੱਚ ਛਪਿਆ ਹੋਇਆ ਬਿਆਨ ਅਗਰ ਤੁਸੀਂ ਪੜ੍ਹੋਗੇ ਤੇ ਉਹਦੇ ਵਿੱਚ ਇੱਕ ਗੱਲ ਨਿਕਲ ਕੇ ਆਉਂਦੀ ਹੈ ਕਿ ਮੈਨੂੰ ਬਾਰ-ਬਾਰ ਯਾਦ ਨਾ ਕਰਾਓ ਕਿ 5 ਮੁੱਦਿਆਂ ਦਾ ਪ੍ਰੋਗਰਾਮ ਹੈ ਜਾਂ 18 ਹੈਗੇ ਜਾਂ 20 ਹੈਗੇ ਜਾਂ 24 ਹੈਗੇ ਜਾਂ 13 ਹੈਗੇ। ਮੈਨੂੰ ਸਭ ਪਤਾ ਹੈ ਔਰ ਇਲੈਕਸ਼ਨ ਤੋਂ ਪਹਿਲੇ ਇਹਨਾਂ ਸਾਰਿਆਂ ਮੁੱਦਿਆਂ ਦਾ ਹੱਲ ਇੱਕ ਇੱਕ ਕਰਕੇ ਹੋਏਗਾ। ਇਹ ਗੱਲ ਜਦ ਉਹ ਕਹਿੰਦੇ ਨੇ ਤੇ ਕਿਸੇ ਨਾ ਕਿਸੇ ਜਗ੍ਹਾ ਜਦ ਤੁਸੀਂ ਕਿਸੇ ਨੂੰ ਕੰਪਲੇਨਿੰਗ ਐਟੀਟਿਊਡ ਦੇ ਵਿੱਚ ਕੁਝ ਕਹਿੰਦੇ ਹੋ ਵੀ ਇਹਨਾਂ ਇਸ ਮੁੱਦੇ ਦਾ ਕੀ ਕੀਤਾ, ਉਹ ਮੈਨੂੰ ਰੱਬ ਯਾਦ ਹੈ, ਆਪਾਂ ਕਰ ਦਾਂਗੇ। ਐਟੀਟਿਊਡ ਚੰਨੀ ਉਹਨਾਂ ਦਾ ਐਦਾਂ ਦਾ ਹੈਗਾ ਜਿਹੜੇ ਸਿੱਧੂ ਦੇ ਉਠਾਏ ਹੋਏ ਮੁੱਦਿਆਂ ਦੇ ਉੱਤੇ। ਦੂਜੇ ਪਾਸੇ ਇੱਕ ਇਹ ਵੀ ਗੱਲ ਚੱਲਦੀ ਹੈ, ਜੇ ਚੰਨੀ ਉਹਨਾਂ ਸਾਰੇ 13 ਤੇ 18 ਮੁੱਦਿਆਂ ਦਾ ਹੱਲ 15 ਦਿਨਾਂ 'ਚ 20 ਦਿਨਾਂ ਦੇ ਵਿੱਚ ਕਰ ਦਿੰਦੇ ਨੇ ਤੇ ਫਿਰ ਜਿਹੜਾ ਅਗਲਾ ਮੁੱਖ ਮੰਤਰੀ ਪ੍ਰੋਜੈਕਟ ਕਰਨਾ ਹੈ ਉਹਦੇ ਪੱਲੇ ਕੀ ਹੋਊਗਾ? ਇਹ ਗੱਲ ਚੰਨੀ ਉਹਨਾਂ ਅਗਰ ਨਹੀਂ ਕਰਦੇ ਤੇ ਉਸ ਮੁੱਦੇ ਤੇ, ਜਿਸ ਮੁੱਦੇ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਇਆ ਗਿਆ, ਚੰਨੀ ਉਹਨਾਂ ਨੂੰ ਵੀ ਇੱਕ ਨੈਗੇਟਿਵਿਟੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿ ਉਹ ਜਿਹੜੇ ਮੁੱਦੇ, ਉਹ ਜਿਹੜਾ ਏਜੰਡਾ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਉਠਾਇਆ ਸੀਗਾ, ਉਹਨਾਂ ਮੁੱਦਿਆਂ ਤੇ ਚੰਨੀ ਉਹਨਾਂ ਨੇ ਕੰਮ ਨਾ ਕਰਕੇ ਆਪਣੇ ਆਪ ਨੂੰ ਅਨਸਕਸੈਸਫੁਲ ਸਾਬਿਤ ਕੀਤਾ। ਤੇ ਉਹਨਾਂ ਮੁੱਦਿਆਂ ਨੂੰ ਅੱਗੇ ਲਿਜਾਣ ਵਾਸਤੇ, ਕਿਉਂਕਿ ਤੁਹਾਨੂੰ ਯਾਦ ਹੋਏਗਾ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਜ਼ਿਕਰ ਵੀ ਕਰ ਚੁੱਕੇ ਹਾਂ ਕਿ ਜਦ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਉਹਨਾਂ ਨੇ ਕਸ਼ਮੀਰ ਮੁੱਦੇ ਦਾ ਹੱਲ ਕਰਨ ਦੀ ਗੱਲ ਸੋਨੀਆ ਗਾਂਧੀ ਉਹਨਾਂ ਨੂੰ ਕੀਤੀ ਸੀਗੀ ਤੇ ਸੋਨੀਆ ਗਾਂਧੀ ਨੇ ਉਹਨਾਂ ਨੂੰ ਇੱਕ ਗੱਲ ਕੀਤੀ ਸੀ, ਜੇ ਤੁਸੀਂ ਇਸ ਸਮੱਸਿਆ ਦਾ ਹੱਲ ਕਰ ਦੋਗੇ ਤੇ ਅੱਗੇ ਆਉਣ ਵਾਲੇ ਪ੍ਰਧਾਨ ਮੰਤਰੀ ਕੀ ਕਰਨਗੇ। ਇਹੀ ਕੁਝ ਪੰਜਾਬ ਦੇ ਵਿੱਚ ਵੀ ਕਿਹਾ ਜਾ ਸਕਦਾ ਹੈ। ਇਹ ਕਿਸੇ ਕਿਤਾਬ ਦਾ ਜ਼ਿਕਰ ਤੁਸੀਂ ਛੇੜਿਆ ਸੀ ਸ਼ਾਇਦ, ਕਰ ਦੇਣਗੇ ਕਿ ਸਿੱਧੂ ਉਹਨਾਂ ਨੂੰ ਕਿਸ ਖਾਤੇ ਤੋਂ ਕਿਸ ਮੁੱਦੇ ਦੇ ਉੱਤੇ ਅਗਲੇ ਮੁੱਖ ਮੰਤਰੀ ਵਜੋਂ ਪ੍ਰੋਜੈਕਟ ਕੀਤਾ ਜਾ ਸਕਦਾ। ਇਹ ਵੀ ਇੱਕ ਵੱਡਾ ਸਵਾਲ ਹੈ। ਨਹੀਂ, ਪਰ ਭਾਸਕਰ ਸਾਹਿਬ ਇੱਕ ਹੋਰ ਪਹਿਲੂ ਵੀ ਹੈ ਨਾ ਕਿ ਜਿਹੜੇ ਮੁੱਦਿਆਂ ਤੇ ਗੱਲ ਹੋ ਰਹੀ ਆ ਉਹਦੇ ਵਿੱਚ ਜੇ ਬੁਨਿਆਦੀ 5 ਮੁੱਦੇ ਲੈ ਲਓ ਤੁਸੀਂ, ਪੰਜਾਬ ਦਾ ਮੇਨ ਸੰਕਟ ਕੀ ਹੈ? ਪੰਜਾਬ ਦਾ ਮੇਨ ਸੰਕਟ ਤਾਂ ਇਹੀ ਹੈ ਕਿ ਬਿਜਲੀ ਦੇ ਰੇਟ ਬਹੁਤ ਆ, ਜਿੰਨੇ ਵੀ ਸਮਝੌਤੇ ਹੋਏ ਆ ਉਹ ਬਹੁਤ ਮਹਿੰਗੇ ਮੁੱਲ ਤੇ ਬਿਜਲੀ ਦੇ ਰਹੇ। ਇਹਨੂੰ ਰੱਦ ਕਿਵੇਂ ਕਰਨਾ? ਇਹ ਤਾਂ ਅਗਲੇ ਇੱਕ ਪਲ ਦੇ ਵਿੱਚ ਸ਼ਰਤਾਂ ਇੰਨੀਆਂ ਤਿੱਖੀਆਂ ਨੇ, ਕੋਰਟ 'ਚ ਚਲੇ ਜਾਣਗੇ, ਸਟੇ ਹੋ ਜੂ। ਚਲੋ ਮੰਨ ਲਓ ਇਹ ਕਵਾਇਦ ਤੋਰ ਵੀ ਦੇਣ। ਕੈਪਟਨ ਅਮਰਿੰਦਰ ਸਿੰਘ ਨੇ ਇੱਕ 3 ਮੈਂਬਰੀ ਕਮੇਟੀ ਬਣਾਈ ਸੀਗੀ, ਉਹ ਇੰਜੀਨੀਅਰਸ ਦੀ ਕਮੇਟੀ ਸੀ ਤੇ ਉਹਨਾਂ ਨੇ ਰਿਕਮੈਂਡ ਕਰਤਾ ਸੀ ਵੀ ਇਹਨਾਂ ਨੂੰ ਨੋਟਿਸ ਭੇਜੋ ਤੇ ਨੋਟਿਸ ਚਲੇ ਵੀ ਗਏ। ਉਹਨਾਂ ਦਾ ਕੀ ਬਣਿਆ ਉਹ ਤਾਂ ਹੁਣ ਸਰਕਾਰ ਜਿਹੜੀ ਹੁਣ ਉਹ ਦੱਸ ਸਕਦੀ ਹੈ। ਲੇਕਿਨ ਸਵਾਲ ਐਮ ਆ ਕਿ ਬਰਗਾੜੀ ਮਾਮਲੇ 'ਚ, ਬਹਿਬਲ ਕਲਾਂ ਮਾਮਲੇ 'ਚ, ਉਹਨਾਂ ਮਾਮਲਿਆਂ ਖਾਸ ਤੌਰ ਤੇ ਬੇਅਦਬੀ ਔਰ ਜਿਹੜੇ ਗੋਲੀ ਕਾਂਡ ਆ, ਇਹਨਾਂ ਦੇ ਵਿੱਚ ਕੋਰਟਾਂ ਤੋਂ ਉੱਪਰ ਕਿਵੇਂ ਚਲੇ ਜਾਓਗੇ? ਸਾਰੇ ਹੀ ਮਸਲੇ ਕੋਰਟਾਂ 'ਚ ਨੇ, SIT ਜਾਂਚ ਕਰ ਰਹੀਆਂ ਲੇਕਿਨ ਜਾਣੇ ਤਾਂ ਕੋਰਟ ਥਰੂ ਆ। ਇੱਥੇ ਫਸੀ ਹੈ 2 ਮਹੀਨੇ ਲਈ ਸਰਕਾਰ, ਕੁਝ ਨਹੀਂ ਕਰ ਸਕਦੇ। ਤੇ ਡਰੱਗ ਮਾਮਲੇ ਦੇ ਵਿੱਚ ਅਗਲਿਆਂ ਨੇ 26 ਤਰੀਕ ਦਿੱਤੀ ਹੈ ਮਾਣਯੋਗ ਹਾਈ ਕੋਰਟ ਦੇ ਵਿੱਚ, ਉੱਥੇ ਵੀ ਤੁਸੀਂ ਉਲੰਘ ਨਹੀਂ ਸਕਦੇ। ਮੰਨ ਲਓ ਤੁਸੀਂ ਉਲੰਘੋਗੇ ਤਾਂ ਜਿਹਨੂੰ ਵੀ ਸੇਕ ਲੱਗੂਗਾ ਉਹ ਭੱਜ ਕੇ ਕੋਰਟ ਜਾ ਵੜੂਗਾ। ਹੁਣ ਇਸ ਤੋਂ ਅੱਗੇ ਜਾਈਏ, ਅਗਲੇ 3 ਮੁੱਦੇ ਬਹੁਤ ਅਹਿਮ ਆ। ਮਾਈਨਿੰਗ ਤੁਸੀਂ ਅੱਧ ਸਾਲ ਦੇ ਵਿੱਚ ਨਹੀਂ ਨਵੀਂ ਪਾਲਿਸੀ ਲਾਗੂ ਕਰ ਸਕਦੇ, ਤੁਹਾਨੂੰ ਐਂਡ ਤੱਕ ਜਾਣਾ ਪਊਗਾ। ਤੁਸੀਂ ਬਲੂਪ੍ਰਿੰਟ ਤਾਂ ਦਿਖਾ ਸਕਦੇ ਹੋ ਕਿ ਆਉਂਦੇ ਅਪ੍ਰੈਲ ਤੋਂ ਬਾਅਦ ਕਰਾਂਗੇ ਜਾਂ ਜੋ ਵੀ ਹੈ। ਤੁਸੀਂ ਲਿਕਰ ਦੇ ਮਾਮਲੇ 'ਚ ਨਵੇਂ ਸ਼ਰਾਬ ਦੇ ਠੇਕਿਆਂ ਉਹ ਵੀ ਅਪ੍ਰੈਲ 'ਚ ਚਾਲੂ ਵਾਲੀ ਸਾਲ 'ਚ ਨਹੀਂ ਹੋ ਸਕਣੇ। ਸੋ ਜਿਹੜੀ ਤੁਸੀਂ ਆਰਥਿਕਤਾ ਬਿਹਤਰ ਕਰਨ ਲਈ, ਲੀਕੇਜ ਬੰਦ ਕਰਨ ਲਈ ਕੁਝ ਕਰਨਾ ਚਾਹੋਗੇ, ਉਹਦੇ ਲਈ ਤਾਂ ਤੁਸੀਂ ਹੱਥ ਬੰਨ ਕੇ ਦੇ ਚੁੱਕੇ ਹੋ, ਹੱਥ ਕੱਟ ਕੇ ਦੇ ਚੁੱਕੇ ਹੋ। ਸੋ ਮੈਨੂੰ ਇੰਝ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਉਠਾਏ ਬਹੁਤ ਸਾਰੇ ਮਸਲੇ ਵਕਤੀ ਤੌਰ ਤੇ ਦਿਖਾਏ ਤਾਂ ਜਾ ਸਕਦੇ ਵੀ ਆ ਦੇਖੋ ਅਸੀਂ ਨਵੀਂ ਮਾਈਨਿੰਗ ਪਾਲਿਸੀ ਬਣਾ ਲਈ, ਲਿਕਰ ਪਾਲਿਸੀ ਬਣਾ ਲਈ, ਅਸੀਂ ਬਿਜਲੀ ਸਮਝੌਤਿਆਂ ਤੇ ਇਹ ਕੰਮ ਕਰਤਾ, ਅਸੀਂ ਕੋਰਟ ਦੇ ਵਿੱਚ ਆਪਣਾ ਇਹ ਪੱਖ ਰੱਖਤਾ, ਨਸ਼ਾ ਹੋਵੇ ਜਾਂ ਬੇਅਦਬੀ ਮਾਮਲੇ ਹੋਣ। ਲੇਕਿਨ ਤੁਹਾਡੇ ਆਪਣੇ ਹੱਥ 'ਚ ਕੀ ਆ? ਤੁਹਾਡੇ ਆਪਣੇ ਹੱਥ 'ਚ ਇਸ ਵੇਲੇ ਕੁਝ ਨਹੀਂ। ਸੋ ਮੈਨੂੰ ਇਹ ਚੀਜ਼ ਦਾ ਸੰਕਟ ਲੱਗ ਰਿਹਾ ਕਿ ਸਿੱਧੂ ਦੀ ਮੰਗਾਂ ਫਿਜ਼ੀਕਲੀ ਨਾ ਤਾਂ ਚੰਨੀ ਮੰਨ ਸਕਦੇ ਆ, ਜੇ ਧਾਕੜ ਤਰੀਕੇ ਨਾਲ ਕੁਝ ਫੈਸਲੇ ਕਰ ਵੀ ਦੇਣ, ਮੰਨ ਲਓ ਨਿਯਮਾਂ ਨੂੰ ਉਲੰਘ ਦੇਣ ਜਾਂ ਇਹ ਹਰਡਲਸ ਨੂੰ ਇਹ ਦੇਖੇ ਬਿਨਾ ਕਿ ਇਹਦੇ ਕੱਲ ਨੂੰ ਰਿਐਕਸ਼ਨ ਕੀ ਹੋਣਗੇ, ਜੇਕਰ ਇਹ ਸਿੱਧੇ ਹੋ ਕੇ ਉੱਤੇ ਪੈ ਵੀ ਜਾਂਦੇ ਆ ਤਾਂ ਮੈਨੂੰ ਇਹ ਸਮਝਾਓ ਕਿ ਫਿਰ ਇਹ ਸਾਰੀ ਦੀ ਸਾਰੀ ਕ੍ਰੈਡਿਟ ਵਾਰ ਫਿਰ ਚਲੇ ਜਾਊਗੀ ਕਿ ਇਹ ਚੰਨੀ ਜੀ ਨੇ ਕੀਤਾ ਹੈ ਜਾਂ ਸਿੱਧੂ ਜੀ ਨੇ ਕੀਤਾ। ਸਵਾਲ ਤਾਂ ਇੱਥੇ ਵੀ ਆਣ ਕੇ ਖੜਾ ਹੋ ਜਾਊ, ਫਿਰ ਚਿਹਰਾ ਕੌਣ ਆਊਗਾ ਅੱਗੇ? ਫਿਰ ਇਹ ਲੜਾਈ, ਇਹਦਾ ਮਤਲਬ ਵੱਧਦੀ ਇਲੈਕਸ਼ਨ ਤੇ ਬਰੂਹਾਂ ਤੱਕ ਜਾਣੀ ਹੈ। ਜਿਹੜੀ ਹਾਈ ਕਮਾਂਡ ਪਿਛਲੇ 2 ਸਾਲਾਂ 'ਚ ਇਹ ਫੈਸਲਾ ਨਹੀਂ ਕਰ ਸਕੀ ਕਿ ਸਿੱਧੂ ਦੀ ਭੂਮਿਕਾ ਹੋਣੀ ਕੀ ਆ, ਕੀ ਆਉਂਦੇ 2 ਮਹੀਨਿਆਂ 'ਚ ਕਰ ਸਕੂਗੀ। ਇਹਦੇ 'ਚ ਇੱਕ ਵੱਡਾ ਸਵਾਲ ਇਹ ਵੀ ਆ ਭਾਸਕਰ ਸਾਹਿਬ ਕਿ ਕੀ ਕੋਈ ਰਣਨੀਤੀਕਾਰ ਕਾਂਗਰਸ ਹਾਈ ਕਮਾਂਡ ਨੂੰ ਸਲਾਹ ਦੇ ਰਿਹਾ
ਜਾਂ ਕਾਂਗਰਸ ਹਾਈ ਕਮਾਂਡ ਇੰਨੀ ਕਨਫਿਊਜ਼ਡ ਆ, ਉਹਨੂੰ ਪੰਜਾਬ ਦੇ ਮਾਮਲਿਆਂ ਦੀ ਕੋਈ ਸਮਝ ਹੀ ਨਹੀਂ। ਮੈਨੂੰ ਇਹ ਜਰਾ ਖੋਲ ਕੇ ਦੱਸਿਓ ਕਿ ਚਾਹੁੰਦੇ ਕੀ ਆ ਰਣਨੀਤੀਕਾਰ? ਇਸੇ ਤਰੀਕੇ ਨਾਲ ਇਲੈਕਸ਼ਨ ਦੇ ਵਿੱਚ ਜਾਣਾ ਚਾਹ ਰਿਹਾ, ਅੱਗੇ ਜਾ ਕੇ ਮੌਕੇ ਤੇ ਸੱਟ ਮਾਰੂ, ਜਿੱਦਾਂ ਕੈਪਟਨ ਅਮਰਿੰਦਰ ਸਿੰਘ ਨੂੰ ਮੌਕੇ ਤੇ ਲਾਤਾ ਗਿਆ। 2 ਮਹੀਨੇ ਬਾਅਦ ਅਚਨਚੇਤ 3 ਮਹੀਨੇ ਬਾਅਦ ਨਵਾਂ ਚਿਹਰਾ ਵੀ ਆ ਸਕਦਾ, ਉਹ ਸਿੱਧੂ ਵੀ ਹੋ ਸਕਦਾ, ਜਾਂ ਫਿਰ ਸਿੱਧੂ ਇੱਕਦਮ ਅਗਲੇ ਦਿਨਾਂ ਦੇ ਵਿੱਚ ਬਾਹਰ ਕੱਢਤੇ ਜਾਣਗੇ ਔਰ ਚਰਨਜੀਤ ਸਿੰਘ ਚੰਨੀ ਤੋਂ ਐਸੇ ਫੈਸਲੇ ਕਰਾਤੇ ਜਾਣਗੇ ਵੀ ਲਓ ਜੀ ਇਹ ਤਾਂ ਨਵਾਂ ਹੀਰੋ ਸਾਡਾ। ਰੰਧਾਵਾ ਜੀ, ਤੁਸੀਂ ਜਿਹੜੀ ਵੀ ਗੱਲਾਂ ਹੁਣੇ ਕੀਤੀਆਂ ਨਾ, ਉਹਨਾਂ ਸਾਰੀਆਂ ਗੱਲਾਂ ਦੇ ਵਿੱਚ ਤੁਹਾਡਾ ਜਵਾਬ ਵੀ, ਜੋ ਤੁਸੀਂ ਜਵਾਬ ਮੇਰੇ ਤੋਂ ਮੰਗ ਰਹੇ ਹੋ, ਛੁਪਿਆ ਹੋਇਆ ਹੈ। 13 ਮੁੱਦੇ ਜਿਹੜੇ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਚੱਕੇ ਨੇ, ਉਹਦੇ ਵਿੱਚੋਂ 10 ਘੱਟ ਤੋਂ ਘੱਟ ਇੱਦਾਂ ਦੇ ਮੁੱਦੇ ਹੈਗੇ ਨੇ ਜਿਹੜੇ ਅਗਲੀ ਸਰਕਾਰ, ਯਾਨੀ ਫਰਵਰੀ ਦੇ ਵਿੱਚ ਅਗਲੀ ਸਰਕਾਰ ਬਣੇਗੀ, ਉਹ ਅਗਲੀ ਸਰਕਾਰ ਦੇ ਆਉਣ ਤੋਂ ਪਹਿਲੇ ਉਹ ਮੁੱਦੇ ਪੂਰੇ ਕੀਤੇ ਹੀ ਨਹੀਂ ਜਾ ਸਕਦੇ। ਭਾਵੇਂ ਉਹਨਾਂ ਮੁੱਦਿਆਂ ਨੂੰ ਛੇੜਿਆ ਤੇ ਜਾ ਸਕਦਾ ਹੈ, ਪਰ ਛੇੜ ਕੇ ਕਰਨਾ ਕੀ ਹੈਗਾ। ਪਰ ਹਾਂ, 2-3 ਮੁੱਦੇ ਇੱਦਾਂ ਦੇ ਹੈਗੇ ਆ ਜਿਹਦੇ ਉੱਤੇ ਚੰਨੀ ਸਰਕਾਰ ਨੂੰ ਕੰਮ ਕਰਨਾ ਪਏਗਾ, ਔਰ ਉਹ ਕੰਮ ਅਗਰ ਨਹੀਂ ਕੀਤਾ ਤੇ ਜਿਹੜੀ ਡਿਫੇਮ ਹੋਣ ਵਾਲੀ ਗੱਲ ਹੈਗੀ ਹੈ, ਜਿਹੜੀ ਬਦਨਾਮ ਹੋਣ ਵਾਲੀ ਗੱਲ ਹੈਗੀ ਹੈ, ਜਿਹੜੀ ਰਲੇ ਹੋਏ ਹੋਣ ਦੀ ਰਾਜਨੀਤੀ ਕਰਨ ਵਾਲੀ ਗੱਲ ਹੈਗੀ ਹੈ, ਉਹਦੇ ਉੱਤੇ ਕਿਸੇ ਨਾ ਕਿਸੇ ਜਗ੍ਹਾ ਉਹ ਕਸੂਤੇ ਫਸੇ ਨਜ਼ਰ ਆਉਣਗੇ। ਉਹ 2-3 ਮੁੱਦਿਆਂ ਦੇ ਵਿੱਚੋਂ ਅਸੀਂ ਕਈ ਵਾਰ ਜ਼ਿਕਰ ਕਰ ਚੁੱਕੇ ਹਾਂ। ਇੱਕ ਤੇ ਸਭ ਤੋਂ ਵੱਡਾ ਮੁੱਦਾ ਹੈਗਾ ਡਰੱਗ ਦਾ। ਡਰੱਗ ਦੇ ਮੁੱਦੇ ਤੇ ਜਦ ਵੀ ਬੰਦ ਲਿਫਾਫਿਆਂ ਦੇ ਖੁੱਲਣ ਦੀ ਗੱਲ ਹੁੰਦੀ ਹੈ, ਭਾਵੇਂ 26 ਅਕਤੂਬਰ ਦੀ ਡੇਟ ਪੈ ਗਈ ਹੈ, ਜੇ ਸਰਕਾਰ ਚਾਹੇ ਤੇ ਕੋਈ ਇਹਦੇ ਵਿੱਚ ਕਾਨੂੰਨੀ ਪੇਚ ਨਹੀਂ ਹੈਗਾ ਕਿ ਉਹ ਲਿਫਾਫਿਆਂ ਦੇ ਵਿੱਚ ਬੰਦ ਰਿਪੋਰਟਾਂ ਨੂੰ ਜਨਤਕ ਕਰ ਸਕਦੀ ਹੈ। ਉਸ ਰਿਪੋਰਟਾਂ ਨੂੰ ਜਨਤਕ ਕਰਨ ਵਾਸਤੇ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਵਾਸਤੇ ਇੱਕ ਦਬਾਅ ਦੀ ਰਾਜਨੀਤੀ ਵੀ ਖੇਡੀ ਸੀਗੀ, ਜਿਹਦੇ ਵਿੱਚ ਕਿਹਾ ਗਿਆ ਸੀਗਾ ਕਿ ਸਪੈਸ਼ਲ ਅਸੈਂਬਲੀ ਸੈਸ਼ਨ ਬੁਲਾਇਆ ਜਾਏ, ਉਸ ਸੈਸ਼ਨ ਦੇ ਵਿੱਚ ਰੈਜ਼ੋਲੂਸ਼ਨ ਪਾਸ ਕਰਕੇ ਉਸ ਰਿਪੋਰਟ ਨੂੰ ਜਨਤਕ ਕਰਨ ਦਾ ਇਹ ਮੰਗ ਕੀਤੀ ਜਾਏਗੀ ਔਰ ਸਰਕਾਰ ਤੇ ਮੁੱਖ ਮੰਤਰੀ ਨੂੰ ਮਜਬੂਰ ਕੀਤਾ ਜਾਏਗਾ ਕਿ ਉਹਨਾਂ ਰਿਪੋਰਟਾਂ ਨੂੰ ਜਨਤਕ ਕੀਤਾ ਜਾਏ। ਇਹ ਕੰਮ ਹੈਗਾ ਜਿਹੜੀ ਚੰਨੀ ਸਰਕਾਰ ਕਰ ਸਕਦੀ ਹੈ। ਪਰ ਇਸ ਮੁੱਦੇ ਦੇ ਉੱਤੇ ਵੀ ਜਦ ਵੀ ਡਿਸਕਸ਼ਨ ਹੁੰਦੀ ਹੈ ਪੋਲੀਟੀਕਲ ਸਰਕਲ ਦੇ ਵਿੱਚ, ਤੇ ਕਿਹਾ ਜਾਂਦਾ ਹੈ ਕਿ ਸੁਖਜਿੰਦਰ ਰੰਧਾਵਾ ਹੋਣਾ, ਭਾਵੇਂ ਉਹ ਪਹਿਲੇ ਕੰਧ ਟੱਪ ਕੇ ਸੁਮੇਧ ਸਿੰਘ ਸੈਣੀ ਉਹਨਾਂ ਨੂੰ ਅਰੈਸਟ ਕਰਨ ਦੀ ਗੱਲ ਕਰਦੇ ਹੁੰਦੇ ਸੀ, ਪਰ ਹੁਣ ਇਸ ਮੁੱਦੇ ਤੇ ਉਹ ਬਿਲਕੁਲ ਚੁੱਪੀ ਧਾਰ ਕੇ ਬੈਠੇ ਹੋਏ ਨੇ ਕਿ ਇਸ ਮੁੱਦੇ ਤੇ ਕੋਈ ਡਿਸੀਜਨ ਲੈਣਾ ਜਾਂ ਨਹੀਂ ਲੈਣਾ। ਬੇਅਦਬੀਆਂ ਦੇ ਮੁੱਦੇ ਤੇ ਉਹ ਅਕਸਰ ਇਹ ਕਹਿੰਦੇ ਹੋਏ ਸੁਣੇ ਗਏ ਸੀਗੇ ਕਿ ਸਾਡੇ ਮੁੱਖ ਮੰਤਰੀ ਇਹਨਾਂ ਮੁੱਦਿਆਂ ਦੇ ਉੱਤੇ ਬਾਦਲਾਂ ਨਾਲ ਰਲਿਆ ਹੋਇਆ, ਪਰ ਅੱਜ ਜਦ ਉਹ ਖੁਦ ਹੋਮ ਮਿਨਿਸਟਰ ਬਣ ਗਏ ਨੇ ਤੇ ਇਸ ਮੁੱਦੇ ਦਾ ਜਦ ਜ਼ਿਕਰ ਨਹੀਂ ਕਰਦੇ ਤੇ ਕਿਸੇ ਨਾ ਕਿਸੇ ਜਗ੍ਹਾ ਉਂਗਲ ਉਹਨਾਂ ਦੇ ਉੱਤੇ ਉੱਠਦੀ ਹੈ। ਇਹ ਤੇ ਇੱਕ ਇਲੈਕਸ਼ਨ ਦਾ ਖੇਲ ਹੈ। ਤੁਸੀਂ ਸਵਾਲ ਪੁੱਛਿਆ ਕਿ ਕੋਈ ਰਣਨੀਤੀਕਾਰ ਹੈ ਜਿਹੜਾ ਇਹਨਾਂ ਗੱਲਾਂ ਨੂੰ ਸਿੱਧੂ ਦੇ ਲੈਟਰ ਦੇ ਰੂਪ ਵਿੱਚ ਉਜਾਗਰ ਕਰਨਾ ਚਾਹੁੰਦਾ ਹੈ। ਮੈਨੂੰ ਲੱਗਦਾ ਹੈ ਕਿ ਇਹਦੇ ਪਿੱਛੇ ਰਣਨੀਤੀ ਤੇ ਹੈ, ਉਹ ਰਾਜਨੀਤੀ ਵੀ ਹੈ, ਕਿਉਂਕਿ ਅਗਲੇ ਮੁੱਖ ਮੰਤਰੀ ਵਾਸਤੇ ਕਿਹੜੇ ਮੁੱਦੇ ਹੋਣਗੇ, ਕਾਂਗਰਸ ਦਾ ਮੈਨੀਫੈਸਟੋ ਕਿਹੜੇ ਮੁੱਦਿਆਂ ਦੇ ਉੱਤੇ ਤਿਆਰ ਹੋਏਗਾ, ਕਿਹਨਾਂ ਮੁੱਦਿਆਂ ਨੂੰ ਟਾਈਮ ਬਾਉਂਡ ਮੈਨਰ ਦੇ ਵਿੱਚ ਅਗਲੀ ਸਰਕਾਰ ਪੂਰਾ ਕਰੇਗੀ, ਇਸ ਸਾਰੇ ਮੁੱਦੇ ਤੇ ਐਤਕੀ ਜਿਹੜੀ ਮੈਨੀਫੈਸਟੋ ਪਲੈਨਿੰਗ ਦੀ ਕਮੇਟੀ ਬਣਾਈ ਹੈ ਉਹਦੇ ਵਿੱਚ ਕੰਪਰੀਹੈਂਸਿਵ ਔਰ ਬਿਲਕੁਲ ਇੱਕ ਜਿੱਦਾਂ ਕੇਜਰੀਵਾਲ ਉਹਨਾਂ ਗਰੰਟੀ ਦਿੰਦੇ ਨੇ ਨਾ, ਇੱਦਾਂ ਦੀ ਗਰੰਟੀ ਦੇ ਰੂਪ ਵਿੱਚ ਪੇਸ਼ ਕੀਤਾ ਜਾਏਗਾ ਤਾਂ ਕਿ ਅਗਲੀ ਸਰਕਾਰ ਨੂੰ ਅਗਲੀ ਵਾਰ ਕਾਂਗਰਸ ਨੂੰ ਵੱਡਾ ਹੁੰਗਾਰਾ ਮਿਲੇ। ਉਹਦੇ ਵਾਸਤੇ ਹੁਣ ਮੈਨੀਫੈਸਟੋ ਦੀ ਜਗ੍ਹਾ ਇੱਕ ਗਰੰਟੀ, ਵਾਰੰਟੀ ਜਾਂ ਕੁਝ ਇੱਦਾਂ ਦੇ ਸ਼ਬਦ ਯੂਜ਼ ਕੀਤੇ ਜਾਣਗੇ ਜੋ ਸਿੱਧੂ ਉਹਨਾਂ ਨੂੰ ਮੁੱਖ ਮੰਤਰੀ ਵਜੋਂ ਅਗਰ ਕਾਂਗਰਸ ਹਾਈਕਮਾਨ ਪ੍ਰੋਜੈਕਟ ਕਰਦੀ ਹੈ ਤੇ ਉਹਨਾਂ ਨੂੰ ਸਿੱਧੂ ਦੀ ਗਰੰਟੀ ਦੇ ਰੂਪ ਵਿੱਚ ਪੇਸ਼ ਕੀਤਾ ਜਾਏਗਾ। ਨਹੀਂ, ਪਰ ਭਾਸਕਰ ਸਾਹਿਬ ਇਹ ਵੀ ਸਵਾਲ ਆ ਨਾ ਕਿ ਲੋਕ ਹੁਣ ਯਕੀਨ ਕਿਉਂ ਕਰਨ? ਦੇਖੋ, ਤੁਸੀਂ ਹਰ ਵਾਰੀ ਆਪਣਾ ਚਿਹਰਾ ਤੇ ਉਹ ਭੁਲੇਖਿਆਂ ਵਾਲਾ ਹੀ ਦਿਖਾਇਆ, ਤੁਸੀਂ ਦਾਅਵਾ ਕੁਝ ਕਰਕੇ ਆਏ, ਕੀਤਾ ਤੁਸੀਂ ਕੁਝ ਨਹੀਂ। ਹੁਣ ਜੇ ਤੁਸੀਂ ਨਵੇਂ ਰੂਪ 'ਚ ਪੇਸ਼ ਹੋਵੋਗੇ ਤਾਂ ਲੋਕ ਕਮਲੇ ਨਹੀਂ, ਤੁਹਾਨੂੰ ਆਪਣੀ ਸੁਹਿਰਦਤਾ ਦਿਖਾਉਣੀ ਪਏਗੀ। ਔਰ ਇਸ ਤੋਂ ਵੀ ਅਗਲਾ ਸਵਾਲ ਇਹ ਹੈ ਕਿ ਕੀ ਅਗਲੀ ਇਲੈਕਸ਼ਨ ਤੱਕ ਕਾਂਗਰਸ ਦੀ ਭਰੋਸੇਯੋਗਤਾ ਬਚੀ ਰਹੂਗੀ? ਜੇ ਕੈਪਟਨ ਬਦਲ ਕੇ ਕੁਝ ਵੀ ਨਾ ਬਦਲਿਆ ਤਾਂ ਫਿਰ ਬਦਲਣ ਦੀ ਕੀ ਲੋੜ ਸੀ? ਇਹ ਵੀ ਲੋਕ ਸਵਾਲ ਪੁੱਛ ਲੈਣਗੇ। ਆਪਾਂ ਅਗਲੇ ਇਸ਼ੂ ਵੱਲ ਚੱਲਦੇ ਹਾਂ। ਇਹਦੇ ਤੇ ਤਾਂ ਘੰਟਿਆਂ ਗੱਲ ਹੋ ਸਕਦੀ ਆ, ਨਿਕਲਣਾ ਕੱਖ ਨਹੀਂ। ਜਿਵੇਂ ਇਸ ਕਲੇਸ਼ ਦਾ ਜਿਹੜਾ ਉਹ ਰੇੜਕਾ ਮੁੱਕਣ ਦਾ ਨਾਂ ਨਹੀਂ ਲੈਂਦਾ, ਇਸੇ ਤਰੀਕੇ ਨਾਲ ਜੇਕਰ ਅਸੀਂ ਸਿੰਘੂ ਬਾਰਡਰ ਵੱਲ ਵੱਧਦੀ ਹੈ ਤਾਂ ਇਹ ਵੀ ਇੱਕ ਬਹੁਤ ਪੇਚੀਦਾ ਮਸਲਾ ਹੋ ਗਿਆ। ਦੇਖੋ ਭਾਸਕਰ ਸਾਹਿਬ, ਜਿਹੜੀ ਰਾਜਨੀਤੀ ਆਪਾਂ ਉਸ ਦਿਨ ਵੀ ਗੱਲ ਕੀਤੀ ਸੀ, ਜਿਹੜੀ ਰਾਜਨੀਤੀ ਬੀਜੇਪੀ ਦੇ ਗਲ ਪੈ ਗਈ, ਜਿਹੜੀ ਪ੍ਰਿਯੰਕਾ ਗਾਂਧੀ ਔਰ ਕਾਂਗਰਸ ਹਾਈਕਮਾਂਡ ਦੇ ਰੁਖ ਨੇ ਯੂਪੀ ਦੇ ਵਿੱਚ ਉਹਨਾਂ ਲਈ ਸੰਕਟ ਖੜਾ ਕਰਤਾ ਔਰ ਡਿਫੈਂਸਿਵ ਹੋਣਾ ਪਿਆ ਲਖੀਮਪੁਰ ਦੇ ਮਾਮਲੇ 'ਚ, ਲਖੀਮਪੁਰ ਖੀਰੀ ਦੇ ਮਾਮਲੇ 'ਚ ਬੀਜੇਪੀ ਨੂੰ। ਉੱਥੋਂ ਇੱਕਦਮ ਉਹਨਾਂ ਦਾ ਸਾਹ ਸੌਖਾ ਹੋ ਗਿਆ। ਭਾਵੇਂ ਕੱਲ ਰੇਲਾਂ ਰੋਕੀਆਂ ਗਈਆਂ,
ਭਾਵੇਂ ਕੱਲ ਇੱਕ ਵਾਰੀ ਫਿਰ ਉਸ ਮੰਤਰੀ ਨੂੰ ਹਟਾਉਣ ਦੀ ਗੱਲ ਹੋਈ, ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ, ਮਿਸ਼ਰਾ ਸ਼ਾਇਦ, ਤਾਂ ਉਹ ਜੇਕਰ ਨਹੀਂ ਆਪਾਂ ਉਸ ਪਹਿਲੂ ਨੂੰ ਦੇਖਦੇ, ਬਾਕੀ ਸਭ ਦੇਖਦੇ ਆ, ਤਾਂ ਮੈਨੂੰ ਇਹ ਸਮਝਾਓ ਉਹਨਾਂ ਨੂੰ ਸਾਹ ਆ ਗਿਆ? ਇਸ ਨਵੀਂ ਘਟਨਾ ਨੇ ਸਾਰੀ ਸੁਰਖੀ ਫੜ ਲਈ, ਸਾਰੇ ਚੈਨਲਾਂ ਦਾ ਧਿਆਨ ਇੱਧਰ ਹੋ ਗਿਆ। ਪੰਜਾਬ ਦੇ ਵਿੱਚ ਚਰਚਾ ਹੀ ਹੁਣ ਸਿੰਘੂ ਤੇ ਹੋਏ ਕਤਲ ਦੀ ਹੋ ਰਹੀ ਆ, ਦੋ ਧਿਰਾਂ ਆਪਸ ਵਿੱਚ ਵੰਡੀਆਂ ਗਈਆਂ। ਸੋਸ਼ਲ ਮੀਡੀਆ ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਵੱਖ-ਵੱਖ ਤਰ੍ਹਾਂ ਦੀ ਰਾਏ ਦੇ ਰਹੇ ਆ। ਜੇ ਉਸ ਤੁਸੀਂ ਰਾਏ ਨਾ ਜਾਣ ਲੱਗੋ ਤਾਂ ਤੁਸੀਂ ਸਮਝੋਗੇ ਕਿ ਅਸੀਂ ਕਿੰਨੇ ਜਜ਼ਬਾਤੀ ਆ। ਹਰ ਮਾਮਲੇ 'ਚ ਸਾਡੇ ਇਮੋਸ਼ਨਸ ਨੇ, ਅਸੀਂ ਤਰਕ ਨਾਲ ਨਹੀਂ ਸੋਚਦੇ ਕਿ ਕੀ ਇਹ ਕੋਈ ਘੜਿਆ ਘੜਾਇਆ ਤਰੀਕਾ ਸੀ ਸਾਡੇ ਗਲ ਪਾਤਾ ਗਿਆ, ਕੀ ਅਸੀਂ ਇਹਨੂੰ ਹੋਰ ਮਹੀਨ ਤਰੀਕੇ ਨਾਲ ਦੇਖੀਏ, ਕੀ ਇਹਦੇ ਨਾਲ ਸਾਡੇ ਅੰਦੋਲਨ ਤੇ ਸੱਟ ਵੱਜ ਰਹੀ ਹੈ, ਕੀ ਇਹਦੇ ਨਾਲ ਅਸੀਂ ਮੌਕਾ ਬਮੌਕਾ ਜਿਹੜੇ ਸਾਜ਼ਿਸ਼ਾਂ ਦਾ ਸ਼ਿਕਾਰ ਹੁੰਦੇ ਰਹੇ ਆ, ਇੱਕ ਵਾਰੀ ਫਿਰ ਅਣਜਾਣ ਨਜ਼ਰ ਆਵਾਂਗੇ। ਅਸੀਂ 84 ਆਨਵਰਡ ਜਿਹੜੀਆਂ ਘਟਨਾਵਾਂ ਵਾਪਰਦੀਆਂ ਉਹਦੇ ਵਿੱਚ ਦੇਖਦੇ ਆ ਕਿ ਕਿੰਨਾ ਨੁਕਸਾਨ ਕਰਾ ਕੇ ਆਏ ਆ। ਮੈਂ ਨਹੀਂ ਕਹਿੰਦਾ ਕਿ ਕੁਝ ਉਹੋ ਜਿਹਾ ਵਾਪਰਨ ਵਾਲਾ ਹੈ, ਲੇਕਿਨ ਕਿਸੇ ਨਵੇਂ ਰੂਪ ਦੇ ਵਿੱਚ ਕੁਝ ਵੀ ਵਾਪਰ ਸਕਦਾ ਹੈ। ਇਹ ਜਿਹੜੀ ਘਟਨਾ ਹੈ ਇਹਨੇ ਹਿਰਦੇ ਤਾਂ ਵਲੂੰਦਰਿਆ, ਲੇਕਿਨ ਇਹਦੇ ਨਾਲ ਇੱਕ ਸਵਾਲ ਖੜਾ ਕਰਤਾ ਹੈ ਕਿ ਸਾਡੀਆਂ ਧਾਰਮਿਕ ਸੰਸਥਾਵਾਂ, ਜਿਨ੍ਹਾਂ 'ਚ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਬਾਕੀ ਜਿਹੜੇ ਤਖਤ ਨੇ, ਇਹ ਫੈਸਲਾ ਕਰਨ ਕਿ ਅਸੀਂ ਆਪਣੇ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ, ਅਸੀਂ ਗੁਰੂ ਗ੍ਰੰਥ ਸਾਹਿਬ ਔਰ ਬਾਕੀ ਗ੍ਰੰਥਾਂ ਨੂੰ ਕਿਸ ਤਰੀਕੇ ਨਾਲ ਅੱਗੇ ਲੈ ਕੇ ਜਾਣਾ ਹੈ, ਅਸੀਂ ਇਹਨਾਂ ਦੀ ਸੁਰੱਖਿਆ ਲਈ ਖੁਦ ਕੀ ਕਰਨਾ ਹੈ, ਅਸੀਂ ਕਿੰਨਾ ਥਾਵਾਂ ਤੇ ਸਰੂਪ ਦਾ ਜਿਹੜਾ ਮਹਾਰਾਜ ਦਾ ਸਰੂਪ ਦਾ ਆਸਣ ਕਰਨਾ। ਮੈਨੂੰ ਇਸ ਗੱਲ ਦਾ ਵੀ ਇੱਕ ਬੜਾ ਜਿਹੜੀ ਤਕਲੀਫ ਹੋ ਰਹੀ ਹੈ ਕਿ ਅਸੀਂ ਕਿਤੇ ਗੈਰ ਜ਼ਿੰਮੇਵਾਰ ਹੱਥਾਂ ਦੇ ਵਿੱਚ ਤਾਂ ਨਹੀਂ ਆਪਣੀਆਂ ਭਾਵਨਾਵਾਂ ਦੇ ਰਹੇ। ਇਹ ਭਾਸਕਰ ਸਾਹਿਬ, ਕਿਉਂਕਿ ਮੈਂ ਸਿੱਖ ਹਾਂ ਤੇ ਮੈਂ ਇਹ ਗੱਲ ਨੂੰ ਸਮਝ ਸਕਦਾ ਹਾਂ ਕਿ ਕਿਸ ਤਰ੍ਹਾਂ ਨਾਲ ਅਸੀਂ ਇਹਨਾਂ ਵਰਤਾਰਿਆਂ ਦਾ ਹਿੱਸਾ ਹੋਏ ਹਾਂ। ਬੇਅਦਬੀਆਂ ਨੇ ਸਾਡਾ ਰਾਹ ਰੋਕ ਲਿਆ। 5 ਸਾਲ ਹੋ ਗਏ, 6 ਸਾਲ ਹੋ ਗਏ, 2015 ਆਨਵਰਡ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੀ ਡਿਵੈਲਪਮੈਂਟ ਵੀ ਰੁਕੀ ਹੈ। ਇਹ ਨਹੀਂ ਕਿ ਕੋਈ ਗੱਲ ਹੋਈ ਆ ਔਰ ਉਹ ਮੁੜ ਕੇ ਮੁਕੱਦਮੇ 'ਚ ਚਲੇਗੀ। ਇਹ ਇੱਕ ਬੜਾ ਸੈਂਸਿਟਿਵ ਇਸ਼ੂ ਆ ਤੇ ਉਸ ਤੋਂ ਬਾਅਦ ਅਸੀਂ ਇਸ ਦਿਸ਼ਾ ਵੱਲ ਵੀ ਜਾਣਾ ਹੈ ਕਿ ਕੀ ਅਸੀਂ ਹੱਥ ਵਿੱਚ ਆਪਣੇ ਕਾਨੂੰਨ ਲੈ ਸਕਦੇ ਹਾਂ। ਇਹਦੇ ਨਾਲ ਸਾਡਾ ਚਿਹਰਾ ਸਾਫ਼ ਹੁੰਦਾ ਹੈ। ਦੁਨੀਆ ਪੱਧਰ ਦੇ ਉੱਤੇ ਅਸੀਂ ਕਿਹੋ ਜਿਹੇ ਨਜ਼ਰ ਆਵਾਂਗੇ। ਮੰਨ ਲਓ ਇੱਕ ਵਿਅਕਤੀ ਆ, ਉਹਨੂੰ ਫੜ ਕੇ ਉਹਦੀ ਬਾਹ ਮਰੋੜ ਕੇ ਉਹਨੂੰ 4 ਚਪੇੜਾਂ ਮਾਰ ਕੇ, ਤੁਸੀਂ 4 ਚਪੇੜਾਂ ਕੀ ਜ਼ਿਆਦਾ ਮਾਰ ਲੈਂਦੇ, ਲੇਕਿਨ ਕਤਲ ਕਰਨਾ ਤੇ ਨਹੀਂ ਠੀਕ ਨਾ। ਵੈਸੇ ਤਾਂ ਕਿਸੇ ਤੇ ਹੱਥ ਚੁੱਕਣਾ ਵੀ ਸੰਵਿਧਾਨ ਤੁਹਾਨੂੰ ਆਗਿਆ ਨਹੀਂ ਦਿੰਦਾ, ਲੇਕਿਨ ਜੇਕਰ ਅਸੀਂ ਕਹਿੰਦੇ ਨਾ ਵੀ ਇਹ ਬਹੁਤ ਇੱਕਦਮ ਗੁੱਸੇ ਵਾਲੀ ਸਥਿਤੀ ਹੋ ਗਈ, ਲੇਕਿਨ ਉਹਦੇ ਨਾਲ ਅਸੀਂ ਆਪਣਾ ਕਰੂਪ ਚਿਹਰਾ ਵੀ ਵਿਖਾਇਆ। ਮੈਂ ਇਸ ਗੱਲ ਨੂੰ ਕਦੇ ਵੀ ਜਸਟੀਫਾਈ ਨਹੀਂ ਕਰੂੰਗਾ ਕਿ ਉਹ ਠੀਕ ਹੋਇਆ, ਪਰ ਨਾਲ ਦੀ ਨਾਲ ਇਹ ਵੀ ਦੇਖਣ ਵਾਲੀ ਗੱਲ ਹੈ ਨਾ ਕਿ ਜਿੱਥੇ ਜਿੱਥੇ ਵੀ ਹੁਣ ਤੱਕ ਇਹ ਘਟਨਾਵਾਂ ਵਾਪਰੀਆਂ, ਉਹਨਾਂ ਦੀ ਬਰੀਕੀ ਨਾਲ ਛਾਣਬੀਣ ਹੋਈ ਹੈ। ਸੱਚ ਕੀ ਨੇ ਇਹ ਵੀ ਦੇਖਣ ਵਾਲੀ ਗੱਲ। ਪਰ ਮੈਂ ਤੁਹਾਡੇ ਕੋਲੋਂ ਇਹਦੇ ਤੇ ਟਿੱਪਣੀ ਜ਼ਰੂਰ ਲੈਣੀ ਹੈ ਸਮਾਜਿਕ ਨਜ਼ਰੀਏ ਤੋਂ। ਰੰਧਾਵਾ ਜੀ, ਲਖੀਮਪੁਰ ਖੀਰੀ ਦੇ ਮੁੱਦੇ ਤੋਂ ਬਾਅਦ ਭਾਜਪਾ ਕਿਸੇ ਨਾ ਕਿਸੇ ਤਰੀਕੇ ਨਾਲ ਘਿਰੀ ਹੋਈ ਨਜ਼ਰ ਆਉਣ ਲੱਗੀ। ਉਹਦੇ ਤੁਰੰਤ ਬਾਅਦ ਜਿਹੜਾ ਹਾਦਸਾ ਸਿੰਘੂ ਬਾਰਡਰ ਤੇ ਹੋਇਆ, ਜਿਸ ਤਰੀਕੇ ਨਾਲ ਇੱਕ ਯੁਵਕ ਦੇ ਹੱਥ ਤੇ ਪੈਰ ਕੱਟ ਕੇ ਉਹਨੂੰ ਮਾਰ ਕੇ ਪੁੱਠਾ ਲਟਕਾ ਦਿੱਤਾ ਗਿਆ ਸਿੰਘੂ ਬਾਰਡਰ ਜਿਹੜੇ ਬੈਰੀਅਰ ਦੇ ਨਾਲ ਸੀਗੇ, ਉਸ ਘਟਨਾ ਦੀ ਜਿੰਨੀ ਨਿੰਦਾ ਕੀਤੀ ਜਾਏ ਉਨੀ ਘੱਟ ਹੈਗੀ ਹੈ। ਭਾਵੇਂ ਇਸ ਗੱਲ ਨੂੰ ਬੇਅਦਬੀਆਂ ਦੇ ਮੁੱਦੇ ਨਾਲ ਜੋੜਿਆ ਗਿਆ, ਪਰ ਜਿਹੜੀ ਅੱਜ ਇੱਕ ਤਸਵੀਰ ਸਾਰੇ ਟੀਵੀ ਚੈਨਲਾਂ ਤੇ ਚੱਲ ਰਹੀ ਹੈ, ਜਿਹਦੇ ਵਿੱਚ ਬਾਬਾ ਅਮਨ ਸਿੰਘ ਜਿਹੜੇ ਨਿਹੰਗਾਂ ਦੇ ਗਰੁੱਪ ਦੇ ਇੱਕ ਲੀਡਰ ਹੈਗੇ ਨੇ, ਉਹ ਜਿਹੜੇ ਯੂਨੀਅਨ ਮਿਨਿਸਟਰ ਨਰਿੰਦਰ ਸਿੰਘ ਤੋਮਰ ਨੇ, ਉਹਨਾਂ ਦੇ ਨਾਲ ਨਜ਼ਰ ਆਉਂਦੇ ਨੇ। ਔਰ ਉਹਨਾਂ ਦੇ ਨਾਲ ਹੋਰ ਕੌਣ ਨਜ਼ਰ ਆਉਂਦੇ ਨੇ? ਗੁਰਮੀਤ ਪਿੰਕੀ, ਜਿਹੜਾ ਪੁਲਿਸ ਦਾ ਕੈਟ ਰਿਹਾ ਹੈ ਲੁਧਿਆਣੇ ਤੋਂ। ਤੁਹਾਨੂੰ ਪਤਾ ਹੋਏਗਾ ਕਿ ਕਿਸ ਤਰੀਕੇ ਨਾਲ ਉਹ ਬੜਾ ਇੱਕ ਮਸ਼ਹੂਰ ਔਰ ਬੜਾ ਇੱਕ ਨੋਟੋਰੀਅਸ ਦਾ ਅੱਤਵਾਦ ਦੇ ਟਾਈਮ ਵਿੱਚ ਕੈਟ ਰਿਹਾ ਪੁਲਿਸ ਦਾ। ਉਹਦੇ ਨਾਲ ਸੁਖਵਿੰਦਰ ਗਰੇਵਾਲ ਜਿਹੜੇ ਲੁਧਿਆਣੇ ਤੋਂ ਹੀ ਬੀਜੇਪੀ ਦੇ ਕਿਸਾਨ ਆਗੂ ਹੈਗੇ ਨੇ, ਉਹਨਾਂ ਦਾ ਮੀਟਿੰਗ ਕਰਨਾ ਨਰਿੰਦਰ ਤੋਮਰ ਦੇ ਨਾਲ, ਔਰ ਉਸ ਤੋਂ ਬਾਅਦ ਲੰਚ ਕਰਨਾ। ਔਰ ਜਦ ਉਹ ਲੰਚ ਕਰ ਰਹੇ ਹੁੰਦੇ ਨੇ, ਗੁਰਮੀਤ ਪਿੰਕੀ ਉਹਨਾਂ ਉਸ ਡਾਈਨਿੰਗ ਟੇਬਲ ਤੇ ਬੈਠ ਕੇ ਲੰਚ ਕਰ ਰਹੇ ਨੇ, ਬਕਾਇਦਾ ਖਾਣਾ ਖਾ ਰਹੇ ਨੇ, ਔਰ ਬਾਬਾ ਅਮਨ ਸਿੰਘ ਮੂੰਹ ਤੇ ਕੱਪੜਾ ਲਪੇਟ ਕੇ ਲੰਚ ਕਰ ਰਹੇ ਨੇ। ਯਾਨੀ ਕਿਸੇ ਨਾ ਕਿਸੇ ਜਗ੍ਹਾ ਉਹ ਆਪਣੀ ਫੋਟੋ ਖਿਚਾਉਣ ਤੋਂ ਬਚ ਰਹੇ ਸੀਗੇ। ਪਰ ਇਸ ਫੋਟੋ ਦੇ ਲੀਕ ਹੋਣ ਤੋਂ ਬਾਅਦ ਇੱਕ ਸ਼ੱਕ ਪੈਦਾ ਹੁੰਦਾ ਹੈ ਕਿ ਕਿਸਾਨੀ ਅੰਦੋਲਨ ਨੂੰ ਕਿਸੇ ਵੀ ਤਰੀਕੇ ਨਾਲ ਹਲਕਾ ਕਰਨ ਵਾਸਤੇ, ਉਹਨੂੰ ਖਤਮ ਕਰਨ ਵਾਸਤੇ ਬੀਜੇਪੀ ਦੀ ਕੋਸ਼ਿਸ਼ਾਂ ਲਗਾਤਾਰ ਚੱਲ ਰਹੀਆਂ ਸੀ। ਔਰ ਇਸ ਤਸਵੀਰ ਨੂੰ ਵੀ ਉਸ ਕੋਸ਼ਿਸ਼ ਦਾ ਇੱਕ ਹਿੱਸਾ ਮੰਨ ਕੇ ਆਪਾਂ ਦੇਖ ਸਕਦੇ ਹਾਂ। ਹਾਲਾਂਕਿ ਇਨਵੈਸਟੀਗੇਸ਼ਨ ਹੋਣੀ ਹੈ। ਜਿਹੜੀ ਤੁਸੀਂ ਹੁਣੇ ਕਹਿ ਕੇ ਗੱਲ ਹਟੇ ਹੋ
ਕਿ ਪੰਜਾਬ ਨੂੰ ਵੀ ਇਹਦੇ ਉੱਤੇ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਸੀ, ਕਿਉਂਕਿ ਮਰਨ ਵਾਲਾ ਵੀ ਪੰਜਾਬ ਦੀ ਧਰਤੀ ਦਾ ਸੀਗਾ ਔਰ ਆਰੋਪੀ ਵੀ ਪੰਜਾਬ ਦੀ ਧਰਤੀ ਤੇ ਹੈਗੇ ਨੇ। ਇਹ ਮੈਂ ਤੁਹਾਨੂੰ ਦੱਸ ਦੇਵਾਂ ਕਿ ਜਿਹੜੇ ਸਾਡੇ ਹੋਮ ਮਿਨਿਸਟਰ ਸੁਖਜਿੰਦਰ ਸਿੰਘ ਰੰਧਾਵਾ ਨੇ, ਉਹਨਾਂ ਨੇ ਆਲਰੇਡੀ ਇਹਦੀ ਇਨਕੁਆਇਰੀ ਆਰਡਰ ਕਰਤੀ ਹੈ ਔਰ ਉਹ ਕੱਲ ਤੋਂ ਇਹਦੀ ਇਨਕੁਆਇਰੀ ਸ਼ੁਰੂ ਵੀ ਹੋ ਜਾਏਗੀ। ਪੰਜਾਬ ਸਰਕਾਰ ਵੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹਦੇ ਪਿੱਛੇ ਕੀ ਸਾਜ਼ਿਸ਼ ਸੀ। ਅਗਰ ਇਹ ਸਾਜ਼ਿਸ਼ ਸੀ ਤੇ ਇਹ ਖੇਲ ਕਿਸੇ ਵੀ ਸਰਕਾਰ ਨੂੰ ਬਹੁਤ ਮਹਿੰਗਾ ਪੈ ਸਕਦਾ ਹੈ। ਔਰ ਇਸ ਸਾਜ਼ਿਸ਼ ਦਾ ਪਰਦਾਫਾਸ਼ ਹੋਣ ਤੋਂ ਬਾਅਦ ਜੇ ਕਿਤੇ ਸਾਹਮਣੇ ਆਉਂਦੀ ਹੈ ਕਿ ਬਾਬਾ ਅਮਨ ਸਿੰਘ ਦਾ ਵੀ ਇੱਕ ਬਿਆਨ ਆਇਆ ਹੈ, ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਹਾਂ ਮੈਂ ਮਿਲਿਆ ਜ਼ਰੂਰ ਸੀ, ਮੈਂ ਤਸਵੀਰਾਂ ਨੂੰ ਨਹੀਂ ਨਕਾਰਦਾ। ਉਸ ਟਾਈਮ ਦੀ ਗੱਲ ਹੈਗੀ ਹੈ ਜਦ ਸਾਡੇ ਪ੍ਰੇਮ ਸਿੰਘ ਉਹਨਾਂ ਦਾ ਬਰਸੀ ਸੀਗੀ ਚੰਡੀਗੜ੍ਹ ਦੇ ਵਿੱਚ, ਤੇ ਨਰਿੰਦਰ ਤੋਮਰ ਉਹਨਾਂ ਮੈਨੂੰ ਚੰਡੀਗੜ੍ਹ ਮਿਲਣ ਆਏ ਸੀ। ਉਸ ਟਾਈਮ ਦੀ ਤਸਵੀਰਾਂ, ਮੈਨੂੰ ਉਹਨਾਂ ਨੇ ਆਫਰ ਦਿੱਤੀ ਸੀ ਵੀ ਤੁਸੀਂ ਘੋੜੇ ਕਾੜੇ ਚੱਕ ਲਓ, ਤੁਸੀਂ ਵਾਪਸ ਚਲੇ ਜਾਓ। 10 ਲੱਖ ਰੁਪਏ ਦੀ ਆਫਰ ਵੀ ਦਿੱਤੀ ਗਈ ਸੀ ਵੀ ਤੁਸੀਂ 10 ਲੱਖ ਰੁਪਏ ਲੈ ਕੇ ਤੁਸੀਂ ਆਪਣਾ ਵਾਪਸ ਚਲੇ ਜਾਓ। ਔਰ ਉਹਨਾਂ ਦਾ ਕਹਿਣਾ ਸੀਗਾ ਕਿ ਉਸ ਤੋਂ ਪਹਿਲੇ ਸੁਖਵਿੰਦਰ ਗਰੇਵਾਲ ਉਹਨਾਂ ਨੇ 1 ਲੱਖ ਰੁਪਏ ਦੀ ਉਹਨਾਂ ਨੂੰ ਟਰਾਲੀ ਵੀ ਲੈ ਕੇ ਦਿੱਤੀ ਸੀ। ਯਾਨੀ ਬੀਜੇਪੀ ਦੇ ਲੀਡਰਾਂ ਦਾ ਉਸ ਨਿਹੰਗ ਦਲ ਦੇ ਨਾਲ ਸੰਪਰਕ ਬੜਾ ਪੁਰਾਣਾ ਬਣਿਆ ਹੋਇਆ ਸੀਗਾ। ਹੁਣ ਇਸ ਸਾਜ਼ਿਸ਼ ਨੂੰ ਜਿਹੜੀ ਹੈ ਹੱਤਿਆ ਹੋਈ ਹੈ, ਉਹਨੂੰ ਕਿਸੇ ਸਾਜ਼ਿਸ਼ ਦੇ ਤਹਿਤ ਅੰਜਾਮ ਦਿੱਤਾ ਗਿਆ ਹੈ। ਕਿਸਾਨਾਂ ਦੇ ਅੰਦੋਲਨ ਨੂੰ ਕਮਜ਼ੋਰ ਕਰਨ ਵਾਸਤੇ ਇਹ ਕੰਮ ਕੀਤਾ ਗਿਆ ਹੈ। ਜੇ ਇਹ ਗੱਲ ਸਿੱਧ ਹੋ ਜਾਂਦੀ ਹੈ, ਹਾਲਾਂਕਿ ਸਿੱਧ ਹੋਣੀ ਬੜੀ ਔਖੀ ਹੈਗੀ ਹੈ ਕਿਉਂਕਿ ਸਰਕਾਰ ਕੇਂਦਰ ਦੀ ਹੈਗੀ ਹੈ, ਏਜੰਸੀਆਂ ਵੀ ਸਾਰੀ ਕੇਂਦਰ ਦੇ ਅੰਡਰ ਹੈਗੀ ਹੈ। ਔਰ ਅਗਰ ਇਹ ਕੰਮ ਕਰਵਾਇਆ ਗਿਆ ਹੋਏਗਾ ਤੇ ਉਹਦੇ ਵਿੱਚ ਏਜੰਸੀਆਂ ਵੀ ਇਨਵੋਲਵ ਹੋਈਆਂ ਹੋਣਗੀਆਂ ਤੇ ਉਹ ਸੂਬੇ ਦੀ ਸਰਕਾਰ ਉਹਦੀ ਇਨਵੈਸਟੀਗੇਸ਼ਨ ਨੂੰ ਵਿਦ ਸਬੂਤ ਕਿੱਦਾਂ ਇਕੱਠੀ ਕਰਦੀ ਹੈ, ਇਹ ਬੜਾ ਔਖਾ ਕੰਮ ਹੈਗਾ। ਸੁਖਜਿੰਦਰ ਰੰਧਾਵਾ ਉਹਨਾਂ ਨੇ ਬੜਾ ਚੰਗਾ ਕੀਤਾ ਕਿ ਇਹਦੇ ਜਿਹੜੀ ਇਨਕੁਆਇਰੀ ਹੈ ਉਹ ਆਰਡਰ ਜ਼ਰੂਰ ਕਰਤੀ ਹੈ, ਪਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਇਸ ਮੁੱਦੇ ਤੇ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਮੁੱਦਾ ਧਰਮ ਨਾਲ ਵੀ ਜੁੜਿਆ ਹੋਇਆ ਹੈ। ਦੂਜੇ ਪਾਸੇ ਢੰਡਰੀਆਂ ਵਾਲਿਆਂ ਉਹਨਾਂ ਦਾ ਬਿਆਨ ਸੁਣਿਆ ਹੋਏਗਾ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕੋਈ ਵੀ ਗੈਰ ਸਿੱਖ ਕਿਸੇ ਵੀ ਗੁਰਦੁਆਰੇ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਜਾਏ ਤੇ ਉਹ ਬੜੇ ਧਿਆਨ ਨਾਲ ਜਾਏ ਕਿਉਂਕਿ ਉਹਦੇ ਉੱਤੇ ਕੋਈ ਵੀ ਇਲਜ਼ਾਮ ਲਾਇਆ ਜਾ ਸਕਦਾ ਬੇਅਦਬੀ ਦਾ ਤੇ ਉਹਨੂੰ ਮਾਰ ਵੀ ਦਿੱਤਾ ਜਾ ਸਕਦਾ। ਯਾਨੀ ਇਹ ਜਿਹੜਾ ਸਿਆਸਤ ਹੈਗੀ ਹੈ, ਜਿਹੜੀ ਗੱਲਾਂ ਹੈਗੀ ਹੈ, ਕਿਸ ਪਾਸੇ ਤੁਰ ਪਈ ਹੈ। ਤੁਸੀਂ ਦੇਖੋ ਦਰਬਾਰ ਸਾਹਿਬ ਦੇ ਵਿੱਚ ਅਸੀਂ ਵੀ ਸਾਰੇ ਜਾਂਦੇ ਹਾਂ, ਮੈਂ ਗੈਰ ਸਿੱਖ ਹੈਗਾ, ਮੈਂ ਹਿੰਦੂ ਹੈਗਾ, ਪਰ ਕਦੀ ਵੀ ਇੱਦਾਂ ਦਾ ਡਰ ਮਹਿਸੂਸ ਨਹੀਂ ਕੀਤਾ। ਲੇਕਿਨ ਢੰਡਰੀਆ ਵਾਲੇ ਉਹਨਾਂ ਦੇ ਇਸ ਬਿਆਨ ਦੀ ਨਿਖੇਧੀ ਹਾਲਾਂਕਿ ਬੀਬੀ ਜਗੀਰ ਕੌਰ ਉਹਨਾਂ ਨੇ ਕੀਤੀ ਜ਼ਰੂਰ ਹੈ, ਪਰ ਉਸ ਗੱਲ ਦੇ ਵਿੱਚ ਜਿਹੜਾ ਨਿਹੰਗਾਂ ਨੇ ਕਿਹਾ ਕਿ ਇਹ ਵਿਅਕਤੀ ਬੇਅਦਬੀ ਕਰ ਰਿਹਾ ਸੀਗਾ, ਇਸ ਕਰਕੇ ਇਹਦੇ ਹੱਥ ਪੈਰ ਕੱਟ ਕੇ ਇਹਨੂੰ ਮਾਰ ਕੇ ਅਸੀਂ ਪੁੱਠਾ ਲਟਕਾਤਾ ਤੇ ਉਸ ਗੱਲ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹਦੇ ਉੱਤੇ ਵੀ ਐਸਜੀਪੀਸੀ ਦਾ ਬਿਆਨ ਕੋਈ ਆਉਣਾ ਚਾਹੀਦਾ ਸੀਗਾ। ਚਲੋ ਇਹ ਤੇ ਰਾਜਨੀਤੀ ਹੈ, ਰਾਜਨੀਤੀ ਦੇ ਵਿੱਚ ਆਰੋਪ ਪ੍ਰਤਿਆਰੋਪ ਲੱਗਦੇ ਰਹਿੰਦੇ ਨੇ, ਪਰ ਕਿਸੇ ਸਾਜ਼ਿਸ਼ ਦੇ ਤਹਿਤ ਇੱਦਾਂ ਦੀ ਗੱਲਾਂ ਨੂੰ ਅੰਜਾਮ ਦੇਣਾ ਇਹ ਆਪਣੇ ਆਪ ਵਿੱਚ ਭਾਰਤ ਵਰਗੇ ਦੇਸ਼ ਦੇ ਵਿੱਚ ਬੜੀ ਮਾੜੀ ਗੱਲ ਹੈਗੀ ਹੈ। ਔਰ ਇਸ ਮਾੜੀ ਗੱਲ ਦੀ ਜਿੰਨੀ ਨਿੰਦਾ ਕਰ ਸਕੀਏ ਉਨੀ ਘੱਟ ਹੈ। ਭਾਸਕਰ ਸਾਹਿਬ, ਅਸੀਂ ਕਿਸੇ ਧਿਰ ਦੇ ਉੱਤੇ ਇਹ ਦੋਸ਼ ਤਾਂ ਨਹੀਂ ਲਾ ਸਕਦੇ ਜਿੰਨਾ ਚਿਰ ਇਨਵੈਸਟੀਗੇਸ਼ਨ ਮੁਕੰਮਲ ਨਹੀਂ ਹੋ ਜਾਂਦੀ ਕਿ ਇਹਦੇ ਵਿੱਚ ਕੋਈ ਸਾਜ਼ਿਸ਼ ਸਰਕਾਰਾਂ ਵੱਲੋਂ ਜਾਂ ਕਿਸੇ ਵੱਲੋਂ ਹੋਈ ਆ। ਲੇਕਿਨ ਜਿਹੜੀ ਗੱਲ ਢੱਡਰੀਆਂ ਵਾਲੇ ਨੇ ਕੀਤੀ ਆ, ਮੈਂ ਉਹਨੂੰ ਸਿਰਿਓਂ ਨਕਾਰਦਾ। ਦੂਜੀ ਗੱਲ, ਜਦੋਂ ਬਹੁਤ ਬੁਰਾ ਦੌਰ ਸੀ ਔਰ ਕਾਲੇ ਦਿਨ ਸੀ, ਅੱਤਵਾਦ ਦਾ ਖਾੜਕੂਵਾਦ ਦਾ ਜ਼ਮਾਨਾ ਸੀ, ਉਹਨਾਂ ਦਿਨਾਂ ਦੇ ਵਿੱਚ ਵੀ ਪੰਜਾਬ ਦਾ ਭਾਈਚਾਰਾ ਕਾਇਮ ਰਿਹਾ। ਕੋਈ ਸੋਚ ਹੀ ਨਹੀਂ ਸਕਦਾ ਕਿ ਗੁਰੂ ਘਰਾਂ ਦੇ ਵਿੱਚ ਜਿਹੜੇ ਇਕੱਲੇ ਸਿੱਖ ਜਾਣਗੇ। ਜੇ ਬਹੁਤ ਧਿਆਨ ਨਾਲ ਦੇਖੋਗੇ ਤਾਂ ਦਰਬਾਰ ਸਾਹਿਬ ਦੇ ਵਿੱਚ ਬਹੁਤ ਸਾਰੀ ਗਿਣਤੀ ਗੈਰ ਸਿੱਖਾਂ ਦੀ ਹੁੰਦੀ ਹੈ। ਇਹ ਤਾਂ ਇੱਕ ਐਸੀ ਘਟਨਾ ਹੈ ਜਿਹੜੀ ਘਟਨਾ ਕੋਈ ਦਿਨਾਂ ਬਾਅਦ ਮੱਠੀ ਪੈ ਜਾਊਗੀ, ਲੇਕਿਨ ਇਸ ਘਟਨਾ ਦੀ ਅੱਗੇ ਜਿਹੜੀ ਲੋਕ ਸਪੋਰਟ ਕਰ ਰਿਹਾ ਉਹਨਾਂ ਨੂੰ ਇਹ ਸੋਚ ਕੇ ਚੱਲਣਾ ਚਾਹੀਦਾ ਕਿ ਤੁਸੀਂ ਪੰਜਾਬ ਤੋਂ ਬਾਹਰ ਦੂਜੇ ਸੂਬਿਆਂ ਦੇ ਵਿੱਚ, ਦੂਜੇ ਦੇਸ਼ਾਂ ਦੇ ਵਿੱਚ ਵਿਚਰਨਾ ਹੈ। ਸਾਨੂੰ ਇੱਕ ਜ਼ਿੰਮੇਵਾਰ ਨਾਗਰਿਕ ਵਾਂਗ ਵਿਚਰਨਾ ਹੀ ਪਊਗਾ। ਅਦਰਵਾਈਜ਼ ਅਸੀਂ ਜੇ ਕਿਸੇ ਲਈ ਖੂਹ ਪੁੱਟਾਂਗੇ ਤੇ ਸਾਡੇ ਲਈ ਵੀ ਉਸ ਤੋਂ ਵੱਡੇ ਖੂਹ ਤਿਆਰ ਹੋਣਗੇ। ਖੈਰ, ਮੈਨੂੰ ਲੱਗਦਾ ਕਿ ਹੁਣ ਇਸ ਤਰ੍ਹਾਂ ਦੀਆਂ ਘਟਨਾਵਾਂ ਅੱਗੇ ਨਹੀਂ ਵਾਪਰਨਗੀਆਂ, ਇਹ ਆਸ ਕਰਨੀ ਬਣਦੀ ਹੈ। ਔਰ ਇੱਥੇ ਸਖਤ ਸਰਕਾਰਾਂ ਨੂੰ ਬਹੁਤ ਸਖਤ ਹੋ ਜਾਣਾ ਚਾਹੀਦਾ, ਸਖਤ ਫੈਸਲੇ ਲੈਣੇ ਚਾਹੀਦੇ ਆ, ਲੇਕਿਨ ਬੇਅਦਬੀ ਮਾਮਲਿਆਂ ਦਾ ਇਨਸਾਫ ਵੀ ਮਿਲਣਾ ਚਾਹੀਦਾ ਹੈ। ਔਰ ਇਹ ਸੱਚਮੁੱਚ ਭਾਸਕਰ ਸਾਹਿਬ ਜਿਹੜਾ ਦਿਲੋਂ ਆਸਥਾ ਨਾਲ ਤੇ ਧਰਮ ਨਾਲ ਜੁੜਿਆ ਹੁੰਦਾ ਉਹਦੀ ਵੇਖਣੀ ਵਾਲੀ ਹੁੰਦੀ ਭਾਵਨਾ। ਸੋ ਉਹ ਤਾਂ ਕਿਤੇ ਸਵੇਰੇ 4 ਵਜੇ ਉੱਠ ਕੇ ਗੁਰੂ ਘਰਾਂ ਨੂੰ ਤੁਰੇ ਜਾਂਦਿਆਂ ਨੂੰ ਦੇਖਿਓ, ਬੜੇ ਭੋਲੇ ਹੁੰਦੇ ਆ ਅੰਦਰੋਂ ਲੋਕ, ਬੜੇ ਦਿਲ ਦੇ ਸਾਫ਼ ਹੁੰਦੇ ਨੇ ਜਿਨ੍ਹਾਂ ਦੀ ਆਸਥਾ ਹੁੰਦੀ ਹੈ, ਤੇ ਬਹੁਤ ਛੇਤੀ ਉਹਨਾਂ ਦੇ ਉੱਤੇ ਅਸਰ ਵੀ ਆਉਂਦਾ।
ਉਹ ਆਪਣੇ ਮਾਪਿਓ ਤੋਂ ਜ਼ਿਆਦਾ ਗੁਰੂ ਨੂੰ ਮੰਨਦੇ ਆ, ਔਰ ਉਹ ਭੋਰਾ ਜਿੰਨੀ ਉਂਗਲ ਵੀ ਬਰਦਾਸ਼ਤ ਨਹੀਂ ਕਰਦੇ। ਇਹ ਤੁਹਾਡੇ ਧਰਮ 'ਚ ਵੀ ਹੋਊਗਾ, ਇਹ ਸਾਰੇ ਧਰਮਾਂ 'ਚ ਇੰਝ ਦੇ ਲੋਕ ਮਿਲ ਜਾਣਗੇ। ਕਿਸੇ ਨੂੰ ਕੋਈ ਰਾਈਟ ਨਹੀਂ ਕਿ ਉਹਦੇ ਹਾਂ ਇਸ ਤਰ੍ਹਾਂ ਦੀ ਆਸਥਾ ਵਿੱਚ ਦੂਜਿਆਂ ਨੂੰ ਨੁਕਸਾਨ ਪਹੁੰਚਾਉਣਾ ਵੀ ਠੀਕ ਨਹੀਂ, ਲੇਕਿਨ ਸਾਨੂੰ ਇਸ ਤਰ੍ਹਾਂ ਦੇ ਲੋਕਾਂ ਦਾ ਸਨਮਾਨ ਵੀ ਕਰਨਾ ਚਾਹੀਦਾ ਜਿਹੜੇ ਧਰਮ 'ਚ ਪਰਪੱਕ ਨੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ।